ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 73 ਤੇ ਉੱਤੋਂ ਚੌਥੀ ਪੰਕਤੀ ਹੈ 22 ਨੰਬਰ ਤੋਂ ਬਾਅਦ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨਿ ਦੂਜਾ ਭਾਉ ਚੁਕਾਇਆ। ਨਿਰਮਲ ਜੋਤ ਤਿਨ ਪ੍ਰਾਣੀਆਂ, ਓਏ ਚੱਲੇ ਜਨਮ ਸਵਾਰ ਜੀਓ। ਜਿਨ ਭਾਵ ਜਿਨ੍ਹਾਂ ਨੇ, ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ੍ਹਾਂ ਨੇ ਗੁਰੂ ਨਾਲ ਚਿੱਤ ਜੋੜ ਲਿਆ। ਹੁਣ ਸਾਡਾ ਗੁਰੂ ਕੌਣ ਹੈ? ਬਾਣੀ। ਜਿਨ੍ਹਾਂ ਨੇ ਬਾਣੀ ਦੇ ਨਾਲ ਚਿੱਤ ਲਾ ਲਿਆ, ਤਿੰਨੀ ਦੂਜਾ ਭਾਉ ਚੁਕਾਇਆ। ਦੂਜਾ ਭਾਉ ਹੁੰਦਾ ਮਾਇਆ ਦਾ ਪਿਆਰ। ਉਹਨਾਂ ਦੇ ਅੰਦਰੋਂ ਮਾਇਆ ਦਾ ਪਿਆਰ, ਮਾਇਆ ਦਾ ਮੋਹ ਆਪੇ ਖਤਮ ਹੋ ਜਾਂਦਾ। ਜਿਨ੍ਹਾਂ ਦਾ ਪਿਆਰ ਬਾਣੀ ਨਾਲ ਪੈ ਜਾਂਦਾ, ਉਹਨਾਂ ਦੇ ਅੰਦਰ ਮਾਇਆ ਦਾ ਮੋਹ ਖਤਮ ਹੋ ਜਾਂਦਾ। ਨਿਰਮਲ ਜੋਤ ਤਿਨ ਪ੍ਰਾਣੀਆਂ, ਉਹਨਾਂ ਫਿਰ ਪਾਣੀ ਇੱਥੇ ਜੋਤ ਪਾਵੇ ਮਨ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਨਾਲ ਚਿੱਤ ਲਾਇਆ, ਬਾਣੀ ਨਾਲ ਚਿੱਤ ਲਾਇਆ, ਮਾਇਆ ਦਾ ਮੋਹ ਖਤਮ ਹੋ ਗਿਆ, ਉਹਨਾਂ ਪ੍ਰਾਣੀਆਂ ਦਾ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ। ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਹਨਾਂ ਪ੍ਰਾਣੀਆਂ, ਉਹਨਾਂ ਵਿਅਕਤੀਆਂ ਦਾ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ ਹੈ। ਉਹ ਇਹ ਚੱਲੇ ਜਨਮ ਸਵਾਰ ਜੀਓ, ਅਤੇ ਉਹ ਆਪਣੇ ਜੀਵਨ ਨੂੰ ਸਵਾਰ ਕੇ ਇੱਥੋਂ ਜਾਂਦੇ ਹਨ। ਉਹ ਜਿਉਂ ਜਿਉਂ ਸਾਡਾ ਬਾਣੀ ਨਾਲ ਪਿਆਰ ਵੱਧਦਾ ਜਾਏਗਾ, ਤਿਉਂ ਤਿਉਂ ਸਾਡਾ ਜੀਵਨ ਆਪਣੇ ਆਪ ਹੀ ਸੁਧਰਦਾ ਜਾਏਗਾ। ਬਾਣੀ ਨਾਲ ਪਿਆਰ ਵਧੇਗਾ ਹੀ ਤਾਂ ਜੇ ਸਾਡੇ ਕਰਮ ਸਹੀ ਨੇ। ਜੇ ਸਾਡੇ ਕਰਮ ਸਹੀ ਨਹੀਂ, ਬਾਣੀ ਨਾਲ ਪਿਆਰ ਹੀ ਨਹੀਂ ਬਣਦਾ ਹੈਗਾ। ਸੋ ਗੁਰੂ ਮਹਾਰਾਜ ਕਹਿੰਦੇ ਭਾਈ, ਜਿਹੜੇ ਗੁਰੂ ਦੇ ਨਾਲ ਚਿੱਤ ਜੋੜਦੇ ਨੇ, ਬਾਣੀ ਨਾਲ ਚਿੱਤ ਜੋੜਦੇ ਨੇ, ਉਹਨਾਂ ਦੇ ਅੰਦਰੋਂ ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ। ਉਹਨਾਂ ਦਾ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ ਹੈ, ਅਤੇ ਉਹ ਮਨੁੱਖਾ ਜੀਵਨ ਸਵਾਰ ਕੇ ਸੰਸਾਰ ਤੋਂ ਜਾਂਦੇ ਹਨ। ਤੇਰੀਆਂ ਸਦਾ ਸਦਾ ਵਡਿਆਈ, ਤੇਰੀਆਂ ਸਦਾ ਸਦਾ ਚੰਗਿਆਈਆਂ। ਮੈਂ ਰਾਤ ਦੇਹ ਵਡਿਆਈਆਂ, ਅਣ ਮੰਗਿਆ ਦਾਨ ਦੇਵਨਾ। ਕਹੋ ਨਾਨਕ ਸੱਚ ਸੰਭਾਲ ਜੀਓ। ਸੰਭਾਲ ਮੰਮੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਤੇਰੀਆਂ ਸਦਾ ਸਦਾ ਚੰਗਿਆਈਆਂ, ਹੇ ਪਰਮਾਤਮਾ, ਜਿਹੜੀ ਤੇਰੀ ਚੰਗਿਆਈਆਂ ਨੇ ਨਾ, ਉਹ ਸਦਾ ਰਹਿਣ ਵਾਲੀਆਂ ਨੇ। ਸਾਡੇ 'ਚ ਅੱਜ ਚੰਗਿਆਈ ਹੈ, ਕੱਲ੍ਹ ਨੂੰ ਸਾਡੇ ਅੰਦਰ ਬੁਰਾਈ ਵੀ ਪੈਦਾ ਹੋ ਸਕਦੀ ਹੈ, ਪਰ ਪਰਮਾਤਮਾ ਜਿਹੜੀ ਚੰਗਿਆਈਆਂ ਨੇ ਉਹ ਸਦਾ ਰਹਿਣ ਵਾਲੀਆਂ ਹਨ। ਮੈਂ ਰਾਤ ਦੇਹ ਵਡਿਆਈਆਂ, ਦੇਹ ਮੈਨੇ ਦਿਨ, ਮੈਂ ਦਿਨ ਰਾਤ ਤੇਰੀਆਂ ਚੰਗਿਆਈਆਂ ਦੀਆਂ ਵਡਿਆਈਆਂ ਕਰਦਾ ਹਾਂ। ਤੇਰੀਆਂ ਵਡਿਆਈਆਂ ਕਰਦਾ। ਆਪਾਂ ਕਿਸੇ ਦੀ ਵਡਿਆਈ ਉਹਦੀ ਕਿਸੇ ਚੰਗੀ ਗੱਲ ਨੂੰ ਕਰਕੇ ਵੇਖ ਕੇ ਕਰਦੇ। ਆਪਾਂ ਜਦੋਂ ਵੀ ਕਿਸੇ ਬੰਦੇ ਦੀ ਵਡਿਆਈ ਕਰਾਂਗੇ, ਉਹਦੀ ਕਿਸੇ ਚੰਗੇ ਕੰਮ ਤੋਂ, ਚੰਗੀ ਗੱਲ ਤੋਂ, ਚੰਗੇ ਸੁਭਾਅ ਨੂੰ ਵੇਖ ਕੇ ਕਰਾਂਗੇ। ਸੋ ਕਹਿੰਦੇ ਮੈਂ ਦਿਨ ਰਾਤ ਤੇਰੀਆਂ ਚੰਗੀਆਂ ਦੀਆਂ ਵਡਿਆਈਆਂ ਕਰਦਾ ਰਹਿੰਦਾ ਹਾਂ। ਅਣ ਮੰਗਿਆ ਦਾਨ ਦੇਵਨਾ, ਕਹੋ ਨਾਨਕ ਸੱਚ ਸੰਭਾਲ ਜੀਓ। ਪਰਮਾਤਮਾ ਜਿਹੜਾ ਹੈ ਫਿਰ ਆਪਣੇ ਸੇਵਕਾਂ ਨੂੰ ਬਿਨਾਂ ਮੰਗਿਆਂ ਹੀ ਦਾਤਾ ਦਿੰਦਾ ਰਹਿੰਦਾ ਹੈ। ਦਾਨ ਭਾਵ ਦਾਤਾ। ਜਿਹੜਾ ਦਿਨ ਰਾਤ ਪਰਮਾਤਮਾ ਦੀ ਵਡਿਆਈ ਕਰਦਾ ਰਹਿੰਦਾ ਹੈ, ਪਰਮਾਤਮਾ ਉਹਨਾਂ ਨੂੰ ਬਿਨਾਂ ਮੰਗਣ ਤੋਂ ਹੀ ਦਾਤਾਂ ਦਿੰਦਾ ਰਹਿੰਦਾ ਹੈ। ਕਹੋ ਨਾਨਕ ਸੱਚ ਸੰਭਾਲ ਜੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਾਈ, ਪਰਮਾਤਮਾ ਦਾ ਨਾਮ ਜਪਦੇ ਰਹੋ। ਸੰਭਾਲ ਹੁੰਦਾ ਯਾਦ ਰੱਖਣਾ, ਯਾਦ ਕਰੋ, ਪਰਮਾਤਮਾ ਨੂੰ ਯਾਦ ਕਰੋ, ਪਰ ਪਰਮਾਤਮਾ ਦਾ ਨਾਮ ਜਪਦੇ ਰਹੋ। ਸੱਚ ਮੈਨੇ ਪਰਮਾਤਮਾ, ਸੰਭਾਲ ਹੁੰਦਾ ਯਾਦ ਕਰਨਾ, ਪਰਮਾਤਮਾ ਨੂੰ ਯਾਦ ਕਰਦੇ ਰਹੋ। ਉਹਦਾ ਨਾਮ ਜਪਣਾ ਹੀ ਉਸ ਨੂੰ ਯਾਦ ਕਰਨਾ ਹੈ। ਸ਼੍ਰੀ ਰਾਗ ਮਹਿਲਾ ਪੰਜਵਾਂ। ਪੈ ਪਾਏ ਮਨਾਈ ਸੋਏ ਜੀਓ। ਪਾਏ ਜਾਂ ਪਾਏ ਇੱਕੋ ਹੀ ਗੱਲ ਹੈ। ਪਾਏ ਫਾਰਸੀ ਦਾ ਸ਼ਬਦ ਹੈ, ਪਾਏ
ਹਿੰਦੀ ਦਾ ਸ਼ਬਦ ਹੈ। ਅਰਥ ਹੈ ਪੈਰ। ਪੈ ਪਾਏ ਜਾਂ ਪੈ ਪਾਏ, ਪੈ ਪਾਏ ਮਨਾਈ ਮਨਾਈ, ਈੜੀ ਨੂੰ ਬਿਹਾਰੀ ਬਿੰਦੀ ਲਾਉਣਾ। ਇੱਥੇ ਮੈਂ ਦਾ ਭਾਵ ਹੈ, ਮੈਂ ਦੀ ਭਾਵਨਾ। ਇਸ ਕਰਕੇ ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਤਿਸ ਜੇਵੜ ਅਵਰ ਨਾ ਕੋਏ ਜੀਓ। ਪੈ ਪਾਏ ਮਨਾਈ ਸੋਏ ਜੀਓ, ਮੈਂ ਪੈਰੀਂ ਪੈ ਕੇ ਉਸ ਨੂੰ ਮਨਾਉਂਦਾ ਹਾਂ। ਮੈਂ ਪਰਮਾਤਮਾ ਦੇ ਚਰਨੀ ਲੱਗ ਕੇ ਉਸ ਨੂੰ ਮਨਾਉਂਦਾ ਹਾਂ। ਸਤਿਗੁਰ ਪੁਰਖ ਮਿਲਾਇਆ, ਗੁਰੂ ਨੇ ਮੈਨੂੰ ਪਰਮਾਤਮਾ ਨਾਲ ਮਿਲਾ ਦਿੱਤਾ। ਪੁਰਖ ਪਰਮਾਤਮਾ ਨੂੰ ਕਹਿੰਦੇ ਨੇ। ਸਤਿਗੁਰ ਪੁਰਖ ਮਿਲਾਇਆ, ਗੁਰੂ ਨੇ ਮੈਨੂੰ ਪਰਮਾਤਮਾ ਨਾਲ ਮਿਲਾ ਦਿੱਤਾ। ਤਿਸ ਜੇਵੜ ਅਵਰ ਨਾ ਕੋਏ ਜੀਓ। ਅਤੇ ਫਿਰ ਮੈਂ ਦੇਖਿਆ ਕਿ ਪਰਮਾਤਮਾ ਜਿੱਡਾ ਵੱਡਾ ਅਤੇ ਹੋਰ ਕੋਈ ਹੈ ਹੀ ਨਹੀਂ ਹੈ। ਜੇਵੜ ਉਹਦੇ ਜਿੱਡਾ ਵੱਡਾ, ਤਿਸ ਜੇਵੜ ਉਸ ਜਿੰਨਾ ਵੱਡਾ, ਅਵਰ ਨਾ ਕੋਏ ਜੀਓ ਹੋਰ ਕੋਈ ਨਹੀਂ ਹੈ। ਕਹਿੰਦੇ ਮੈਂ ਗੁਰੂ ਦੇ ਚਰਨੀ ਲਾ ਕੇ ਗੁਰੂ ਨੂੰ ਮਨਾਉਣਾ। ਫਿਰ ਗੁਰੂ ਨੇ ਕੀ ਕਿਰਪਾ ਕੀਤੀ, ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਗੋਸਾਈ, ਇਹਨੂੰ ਮਹਿੰਡਾ ਨਹੀਂ ਪੜ੍ਹਨਾ, ਇਹਨੂੰ ਮਹਿੰਡਾ ਨਹੀਂ ਪੜ੍ਹਨਾ। ਇਹਦਾ ਉਚਾਰਨ ਹੈ ਮਹਿੰਡਾ। ਇਹ ਜਿਹੜੀ ਹਾਹੇ 'ਤੇ ਟਿੱਪੀ ਹੈ, ਇਹ ਮੰਮੇ 'ਤੇ ਟਿੱਪੀ ਲਾ ਕੇ ਪੜ੍ਹਨੀ। ਮਹਿੰਡਾ ਮੈਨੇ ਮੇਰਾ, ਜਿਹਨੂੰ ਆਮ ਕਹਿੰਦੇ ਮਹਿੰਡਾ, ਮਹਿੰਡਾ ਤੈਂਡਾ। ਗੁਸਾਈ ਮਹਿੰਡਾ ਇਠੜਾ, ਅੰਮ ਅੱਬੇ ਥਾਵੋਂ ਮਿਠੜਾ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਏ ਜੀਓ। ਗੋਸਾਈ ਪਰਮਾਤਮਾ ਨੂੰ ਕਹਿੰਦੇ ਨੇ। ਗੋ ਹੁੰਦੀ ਹੈ ਧਰਤੀ, ਗੋ ਮੈਨੇ ਧਰਤੀ, ਸਾਈਂ ਮੈਨੇ ਮਾਲਕ। ਜਿਹੜਾ ਧਰਤੀ ਦਾ ਮਾਲਕ ਹੈ, ਅਤੇ ਧਰਤੀ ਦਾ ਮਾਲਕ ਹੈ ਪਰਮਾਤਮਾ। ਮਹਿੰਡਾ ਮੈਨੇ ਮੇਰਾ, ਇਠੜਾ ਮੈਨੇ ਪਿਆਰਾ। ਪਰਮਾਤਮਾ ਮੇਰਾ ਪਿਆਰਾ ਹੈ। ਅੰਮ, ਮੁਸਲਮਾਨ ਮਾਂ ਨੂੰ ਅੰਮਾ ਕਹਿੰਦੇ, ਬਾਪ ਨੂੰ ਅੱਬਾ ਕਹਿੰਦੇ। ਅੰਮ ਅੱਬੇ ਥਾਮੋਂ ਮਿਠੜਾ। ਪਰਮਾਤਮਾ ਮੈਨੂੰ ਮਾਂ ਅਤੇ ਬਾਪ ਨਾਲੋਂ ਵੀ ਮਿੱਠਾ ਲੱਗਦਾ ਹੈ। ਜਿਹੜਾ ਪਰਮਾਤਮਾ ਕਹਿੰਦੇ ਉਹ ਮੇਰਾ ਪਿਆਰਾ ਹੈ। ਗੁਸਾਈ ਮਹਿੰਡਾ ਇਠੜਾ, ਇਠੜਾ ਦਾ ਪਿਆਰਾ। ਪਰਮਾਤਮਾ ਮੇਰਾ ਪਿਆਰਾ ਹੈ, ਉਹਨੂੰ ਮਾਂ ਅਤੇ ਬਾਪ ਨਾਲੋਂ ਵੀ ਮਿੱਠਾ ਲੱਗਦਾ ਹੈ। ਅੰਮ ਭਾਵ ਅੰਮਾ, ਭਾਵ ਮਾਂ, ਅੱਬੇ ਭਾਵ ਅੱਬਾ, ਭਾਵ ਪਿਤਾ। ਥਾਮੋਂ ਹੁੰਦਾ ਨਾਲੋਂ, ਮਿੱਠੜਾ ਮਿੱਠਾ ਲੱਗਦਾ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਏ ਜੀਓ। ਹੇ ਪਰਮਾਤਮਾ, ਮੇਰੇ ਭੈਣ ਵੀ ਨੇ, ਭਰਾ ਵੀ ਨੇ, ਸੱਜਣ ਵੀ ਨੇ। ਤੁਧ ਜਿਹਾ ਨਾਹੀਂ ਕੋਏ ਜੀਓ। ਪਰ ਪਰਮਾਤਮਾ ਤੇਰੇ ਵਰਗਾ ਉਹ ਮੈਨੂੰ ਕੋਈ ਵੀ ਪਿਆਰਾ ਨਹੀਂ ਲੱਗਦਾ। ਜਿੰਨਾ ਤੂੰ ਪਿਆਰਾ ਲੱਗਦਾ ਨਾ, ਇੰਨਾ ਨਾ ਭੈਣ ਪਿਆਰੀ ਲੱਗਦੀ ਹੈ, ਨਾ ਭਰਾ, ਨਾ ਸੱਜਣ। ਮੈਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲੋਂ ਵੀ ਤੂੰ ਵੱਧ ਪਿਆਰਾ ਲੱਗਦਾ। ਉਹ ਤੇਰੇ ਵਰਗੇ ਹੈ ਹੀ ਨਹੀਂ। ਤੇਰੇ ਹੁਕਮੇ ਸਾਵਨ ਆਇਆ, ਮੈਂ ਸਤ ਕਾ ਹਲ ਜੋ ਆਇਆ। ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਰ ਬਖਸ਼ ਜਮਾਏ ਜੀਓ। ਬਖਸ਼ ਖੱਖੇ ਦੇ ਪੈਰ 'ਚ ਬਿੰਦੇ, ਸੱਸੇ ਦੇ ਪੈਰ 'ਚ ਬਿੰਦੇ। ਬਖਸ਼ ਫਾਰਸੀ ਦਾ ਸ਼ਬਦ ਹੈ, ਜਿਹਨੂੰ ਕਹਿੰਦੇ ਬਖਸ਼ਿਸ਼। ਪਰਮਾਤਮਾ ਦੀ ਬਖਸ਼ਿਸ਼ ਹੋਈ। ਇਹ ਕੁਦਰਤ ਜੀ ਮੈਨੂੰ ਬਖਸ਼ ਦਿਓ, ਵੀ ਮੁਆਫ ਕਰ ਦਿਓ। ਬਖਸ਼ਣਾ ਮੁਆਫ ਕਰਨਾ ਵੀ ਹੁੰਦਾ ਹੈ। ਇੱਥੇ ਬਖਸ਼ ਹੈ ਉਹਦੀ ਮਿਹਰ। ਤੇਰੇ ਹੁਕਮੇ ਸਾਵਨ ਆਇਆ,
हे परमात्मा तेरे हुक्म नाल सावन आ गए। सावन तो भाव है खुशी दा समा। तेरे हुक्म नाल हुण खुशी दा समा आ गया है। मैं सत का हल जुआया। सत हुंदा उच्चा आचरण, उच्चा चाल चलन। मैं उच्चे चाल चलन दा हल जोड़िया। नाउं बीजन लगा आस कर। मैं इच्छा रख के तेरा नाम दा बीज पाउण लगा। हर बोहल बख्श जमाए जीओ। हे परमात्मा ਜਿਹੜਾ ਮੈਂ ਨਾਮ ਤੇਰਾ ਬੀਜਾਂਗਾ ਨਾ, ਉਹਦਾ ਵੱਡਾ ਸਾਰਾ ਤੇਰੀ ਕਿਰਪਾ ਦਾ ਬੋਹਲ ਲੱਗ ਜਾਣਾ ਚਾਹੀਦਾ। ਦਾਣਿਆਂ ਦੇ ਢੇਰ ਨੂੰ, ਵੱਡੇ ਸਾਰੇ ਢੇਰ ਨੂੰ ਕੀ ਕਹਿੰਦੇ ਨੇ? ਬੋਹਲ। ਕਾਹਦਾ ਬੋਹਲ ਹੈ? ਬਖਸ਼ਿਸ਼ ਦਾ। ਇਹ ਸੰਸਾਰੀ ਦਾਣਿਆਂ ਦਾ ਨਹੀਂ ਹੈ, ਕਿਉਂਕਿ ਸੰਸਾਰੀ ਦਾਣੇ ਨਹੀਂ ਵੀ ਨਾ ਬੀਜਣੇ। ਨਾਮ ਬੀਜਣ ਲੱਗਾ ਆਸ ਕਰ। ਇਹ ਆਸ ਰੱਖ ਕੇ ਕਿ ਮੈਂ ਤੇਰੇ ਨਾਮ ਦਾ ਬੀਜ ਬੀਜਣ ਲੱਗਾ ਕਿ ਤੂੰ ਆਪਣੀ ਬਖਸ਼ਿਸ਼ ਦੇ ਨਾਲ ਬਹੁਤ ਵੱਡਾ ਬੋਲ ਲਾ ਦੇਂਗਾ। ਭਾਵ ਉਸ ਨਾਮ ਦੇ ਵਿੱਚ ਬਹੁਤ ਵਾਧਾ ਕਰ ਦੇਵੇਂਗਾ। ਨਾਮ ਧਨ ਮੇਰੇ ਕੋਲ ਬਹੁਤ ਹੋ ਜਾਵੇਗਾ। ਹਾਂ ਗੁਰਮਿਲ ਇੱਕ ਪਛਾਣਦਾ। ਦੂਈਆ, ਇਹਨੂੰ ਪੜ੍ਹਨਾ ਦੂਈਆ, ਭਾਵ ਦੂਜਾ। ਦੂਈਆ ਕਾਗਲ ਚਿਤ ਨਾ ਜਾਣਦਾ। ਹਰ ਇੱਕ ਤੈ ਕਾਰੈ ਲਾਇਓਣ। ਜਿਉ ਭਾਵੈ ਤਿਵੇਂ ਨਿਵਾਹੇ ਜੀਉ। ਹਾਂ ਗੁਰਮਿਲ ਇੱਕ ਪਛਾਣਦਾ। ਮੈਂ ਗੁਰੂ ਨੂੰ ਮਿਲ ਕੇ ਇੱਕ ਪਰਮਾਤਮਾ ਨੂੰ ਹੀ ਪਹਿਚਾਣਦਾ ਹਾਂ। ਦੂਈਆ ਕਾਗਲ ਚਿਤ ਨਾ ਜਾਣਦਾ। ਦੂਈਆ ਮੈਨੇ ਦੂਜਾ, ਕਾਗਲ ਮੈਨੇ ਕਾਗਜ਼। ਭਾ ਦੂਜੇ ਦਾ ਖਿਆਲ ਤਾਂ ਮੈਂ ਚਿੱਤ 'ਚ ਹੀ ਨਹੀਂ ਲਿਆਉਂਦਾ। ਮੈਂ ਤਾਂ ਗੁਰੂ ਨੂੰ ਮਿਲ ਕੇ ਇੱਕ ਪਰਮਾਤਮਾ ਨੂੰ ਹੀ ਜਾਣਦਾ ਹਾਂ। ਹੋਰ ਕਿਸੇ ਦਾ ਖਿਆਲ ਹੀ ਮੈਂ ਦੂਜਾ ਖਿਆਲ ਹੀ ਮੈਂ ਚਿੱਤ 'ਚ ਨਹੀਂ ਲਿਆਉਂਦਾ। ਹਰ ਇੱਕ ਤੈ ਕਾਰੈ ਲਾਇਓਨ। ਪਰਮਾਤਮਾ ਮੈਨੂੰ ਇੱਕੋ ਕੰਮ 'ਚ ਲਾ ਰੱਖਿਆ। ਕੀ? ਨਾਮ ਜਪਣਾ। ਕੰਮ ਵੀ ਸਾਡਾ ਇੱਕੋ ਹੀ ਹੈ, ਨਾਮ ਜਪਣਾ। ਆ ਜਿਹੜੇ ਅਸੀਂ ਸੰਸਾਰਿਕ ਕੰਮ ਕਰ ਰਹੇ ਹਾਂ, ਇਹ ਤਾਂ ਮਾਇਆ ਕਮਾਣੀ ਹੈ ਜਿਹਦੇ ਨਾਲ ਅਸੀਂ ਪਰਿਵਾਰ ਪਾਲਣਾ। ਦੇਖੋ, ਚਾਹੇ ਇਕੱਲੇ ਆਪਣੇ ਆਪ ਨੂੰ ਪਾਲਣਾ ਹੈ, ਚਾਹੇ ਪਰਿਵਾਰ ਨੂੰ ਪਾਲਣਾ, ਉਹ ਮਾਇਆ ਤੋਂ ਬਿਨਾਂ ਨਹੀਂ ਪਾਲਿਆ ਜਾ ਸਕਦਾ। ਅਸੀਂ 10 ਦੀ ਕਿਰਤ ਸਿਰਫ ਇਸ ਲਈ ਕਰ ਰਹੀ ਹੈ ਕਿ ਉਹਦੇ ਬਦਲੇ ਸਾਨੂੰ ਪੈਸੇ ਮਿਲਣਗੇ। ਉਹਨਾਂ ਪੈਸਿਆਂ ਨਾਲ ਅਸੀਂ ਆਪਣਾ ਪਰਿਵਾਰ ਪਾਲਾਂਗੇ। ਬਾਕੀ ਜਿਹੜਾ ਸਮਾਂ ਹੈਗਾ, ਉਹ ਜੇ ਇੱਕੋ ਹੀ ਗੱਲ ਯਾਦ ਰੱਖਣੀ ਹੈ ਕਿ ਮੈਨੂੰ ਪਰਮਾਤਮਾ ਨੇ ਨਾਮ ਜਪਣ ਲਈ ਭੇਜਿਆ, ਬਸ। ਅਵਰ ਕਾਜ ਤੇਰੇ ਕਿਤੇ ਨਾ ਕੰਮ। ਬਾਕੀ ਜਿਹੜੇ ਗੁਰਬਾਣੀ ਦੇ ਵਿਰੁੱਧ ਕੰਮ ਨੇ, ਅਵਰ ਕਾਜ ਕਿਹੜੇ ਕੰਮ ਨੇ? ਜਿਹੜੇ ਗੁਰਬਾਣੀ ਦੇ ਵਿਰੁੱਧ ਹੋਣ। ਕੰਮ ਤੇ ਮਨੁੱਖ ਕਰਦੇ ਹੀ ਕਰਦੇ ਕੋਈ। ਇਹ ਤਾਂ ਵੀ ਨਿਰਾ ਉਹਨੇ ਨਾਮ ਹੀ ਜਪਣਾ, ਹੋਰ ਕੋਈ ਕੰਮ ਨਹੀਂ ਕਰਨਾ। ਅਵਰ ਕਾਜ ਉਹਨਾਂ ਕੰਮਾਂ ਨੂੰ ਕਿਹਾ ਗਿਆ, ਉਹ ਕੰਮ ਜਿਹੜੇ ਗੁਰਬਾਣੀ ਦੇ ਵਿਰੁੱਧ ਹਨ। ਚੋਰੀ ਕਰਨਾ, ਡਾਕੇ ਮਾਰਨਾ, ਠੱਗੀਆਂ ਕਰਨਾ, ਮਿਲਾਵਟਾਂ ਕਰਨਾ, ਧੋਖਾਧੜੀ ਕਰਨਾ, ਰਿਸ਼ਵਤਾਂ ਲੈਣੀਆਂ, ਲੜਾਈਆਂ ਝਗੜੇ ਕਰਨਾ, ਕੁੱਟਮਾਰ ਕਰਨਾ, ਇਹੋ ਜਿਹੇ ਅਵਰ ਕਾਜ ਨੇ। ਇਹ ਕਿ ਤੇਰੇ ਕਿਸੇ ਕੰਮ ਨਹੀਂ ਹਨ। ਇਸ ਲਈ ਇੱਕ ਕੰਮ ਹੀ ਯਾਦ ਰੱਖਣਾ ਕਿ ਮੈਂ ਨਾਮ ਜਪਣੇ ਸੰਸਾਰ 'ਤੇ ਆਇਆ। ਆਪਣਾ ਕਾਰ ਵਿਹਾਰ ਕਰਨਾ ਹੈ, ਉਸ ਤੋਂ ਬਿਨਾਂ ਤਾਂ ਪਰਿਵਾਰ ਪਾਲੇ ਹੀ ਨਹੀਂ ਜਾ ਸਕਦਾ। ਹਵਾ ਹੀ ਅਜੇ ਸਾਨੂੰ ਮੁਫਤ ਮਿਲਦੀ ਹੈ। ਅਗਰ ਆਹੀ ਹਾਲ ਰਿਹਾ ਤਾਂ ਹੋ ਸਕਦਾ ਆਕਸੀਜਨ ਵੀ ਸਾਨੂੰ ਮੁੱਲ ਲੈਣੀ ਪੈ ਜੇ। ਇੰਨੀ ਪੋਲਿਊਸ਼ਨ ਹੋ ਜਾਏਗੀ ਕਿ ਦਮ ਲੈਣਾ ਹੀ ਔਖਾ ਹੋ ਜਾਵੇਗਾ। ਜਾਪਾਨ ਦੇ ਵਿੱਚ ਇੰਨੀਆਂ ਗੱਡੀਆਂ ਨੇ ਕਿ ਜਿਸ ਨੇ ਸੜਕ 'ਤੇ ਤੁਰਨਾ ਹੁੰਜੇ, ਉਹਨੂੰ 1 ਲੀਟਰ ਦਾ ਆਕਸੀਜਨ ਦਾ ਸਿਲੰਡਰ ਆਪਣੀ ਪਿੱਠ 'ਤੇ ਬੰਨ੍ਹਣਾ ਪੈਂਦਾ ਅਤੇ ਉਹ ਆਕਸੀਜਨ ਨੱਕ ਨੂੰ ਚੜ੍ਹਾ ਕੇ ਰੱਖਦਾ, ਤਾਂ ਉਹ ਜਾ ਸਕਦਾ। ਇੰਨਾ ਧੂੰਆਂ ਹੁੰਦਾ, ਉਹਨੂੰ ਸਾਹ ਲੈਣਾ ਹੀ ਔਖਾ ਹੋ ਜਾਂਦਾ। ਅਤੇ ਇਹਦਾ ਮਤਲਬ ਹੈ ਹੁਣ ਫਿਰ ਜਿਹੜੀ ਹਵਾ ਹੈ ਉਹ ਵੀ ਮੁੱਲ ਵਿਕਣ ਲੱਗ ਗਈ ਕਿ ਨਹੀਂ? ਪਾਣੀ ਤਾਂ ਮੁੱਲ ਵਿਕਦਾ ਹੀ ਵਿਕਦਾ। ਆਉਂਦਾ ਨਾ ਤੁਹਾਨੂੰ ਬਿੱਲ,
ਆ 4 ਮਹੀਨੇ ਦਾ ਆਇਆ 1440 ਰੁਪਏ ਦਾ ਮੈਨੂੰ ਬਿੱਲ, ਸੀਵਰੇਜ ਦਾ ਅਤੇ ਪਾਣੀ ਦਾ। ਪਾਣੀ ਪਹਿਲਾਂ ਪਾਣੀ ਵੀ ਮੁਫਤ ਹੁੰਦਾ ਸੀ। ਲੋਕ ਜਿਹੜਾ ਹੈ ਪਾਣੀ ਕਿਸੇ ਨੂੰ ਪਿਲਾਉਣਾ ਪੁੰਨ ਗਿਣਿਆ ਕਰਦੇ ਸਨ। ਹੁਣ ਪਾਣੀ ਸਟੇਸ਼ਨਾਂ 'ਤੇ ਚਲੇ ਜਾਣ ਕੇ ਟੂਟੀਆਂ 'ਚ ਨਹੀਂ ਛੱਡਦੇ। ਜਦੋਂ ਗੱਡੀ ਆਉਣ ਦਾ ਸਮਾਂ ਹੁੰਦਾ ਟੂਟੀਆਂ 'ਚ ਸਟੇਸ਼ਨ ਮਾਸਟਰ ਨਾਲ ਰਲ ਕੇ ਨਾ ਇਹ ਲੋਕ ਜਿਹੜੇ ਬੋਤਲਾਂ ਵੇਚਦੇ ਨੇ ਪਾਣੀ ਦੀ ਉਹਦੇ ਨਾਲ ਰਲ ਕੇ ਟੂਟੀਆਂ ਹੀ ਬੰਦ ਕਰਾ ਦਿੰਦੇ ਨੇ। ਅਗਲੇ ਨੂੰ ਪਾਣੀ ਨਹੀਂ ਟੂਟੀਆਂ 'ਚ ਮਿਲਦਾ, ਫਿਰ ਉਹ ਮੁੱਲ ਹੀ ਲਊਗਾ, ਹੋਰ ਕੀ ਕਰੇਗਾ। ਵੈਸੇ ਅਤੇ ਪਾਣੀ ਵੀ ਮੁੱਲ, ਅਤੇ ਅੱਗੇ ਹਵਾ ਵੀ ਮੁੱਲ ਹੋਣੀ ਹੈ, ਅਤੇ ਪੈਸੇ ਤੋਂ ਬਿਨਾਂ ਕੁਛ ਮਿਲਦਾ ਨਹੀਂ। ਪੈਸਾ ਤਾਂ ਕਮਾਉਣਾ। ਸਿਰਫ ਸਿੱਖ ਨੂੰ ਇਹ ਹੁਕਮ ਹੈ ਕਿ ਤੂੰ ਗਲਤ ਤਰੀਕੇ ਨਾਲ ਨਹੀਂ ਕਮਾਉਣਾ। ਬਸ ਪੈਸਾ ਕਮਾਉਣ ਤੋਂ ਸਿੱਖ ਨੂੰ ਨਹੀਂ ਰੋਕਿਆ। ਗੁਰੂ ਨਾਨਕ ਦੇ ਜਿਹਦੇ ਅਸੀਂ ਸਿੱਖ ਹਾਂ ਉਹਨਾਂ ਦਾ ਹੁਕਮ ਸੀ ਕਿ ਭਾਈ ਕਿਰਤ ਕਰੋ, ਵੀ ਮੇਰਾ ਸਿੱਖ ਮੰਗਤਾ ਨਹੀਂ ਹੋਣਾ ਚਾਹੀਦਾ। ਇਹ ਮੰਗ ਕੇ ਨਾ ਖਾਵੇ, ਚਾਹੇ ਸਾਧੂ ਹੈ ਚਾਹੇ ਕੋਈ ਵੀ ਹੈ, ਇਹ ਆਪਣਾ ਕਮਾ ਕੇ ਖਾਵੇ। ਕਿਉਂਕਿ ਗੁਰੂ ਨਾਨਕ ਦੇਖਿਆ ਵੀ ਹਿੰਦੁਸਤਾਨ 'ਚ ਕਰੋੜਾਂ ਲੋਕ ਨੇ ਜਿਹੜੇ ਕੋਈ ਕੰਮ ਨਹੀਂ ਕਰਦੇ ਅਤੇ ਸਾਧੂਆਂ ਵਾਲੇ ਕੱਪੜੇ ਪਾ ਕੇ ਲੋਕਾਂ ਤੋਂ ਖਾਂਦੇ ਹਨ। ਉਹਨਾਂ ਕਿਹਾ ਮੇਰਾ ਸਿੱਖ ਮੰਗਤਾ ਨਹੀਂ ਹੋਣਾ ਚਾਹੀਦਾ, ਮੇਰਾ ਸਿੱਖ ਕਿਸੇ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ, ਮੇਰਾ ਸਿੱਖ ਦਸਾਂ ਨਾਮ ਦੀ ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇ। ਉਸ ਤੋਂ ਬਾਅਦ ਜਿੰਨਾ ਵੀ ਉਹਦੇ ਕੋਲ ਸਮਾਂ ਮਿਲੇ ਉਹ ਸਤ ਸੰਗਤ ਕਰੇ, ਬਾਣੀ ਪੜ੍ਹੇ, ਨਾਮ ਜਪੇ। ਸਤ ਸੰਗਤ ਕਰਨ ਨਾਲ ਸਾਨੂੰ ਗਿਆਨ ਹੁੰਦਾ ਹੈ। ਸਤ ਸੰਗਤ ਤੋਂ ਬਿਨਾਂ ਗਿਆਨ ਹੀ ਨਹੀਂ ਹੁੰਦਾ। ਵੀ ਭਜਨ ਬੰਦਗੀ ਵੀ ਕਰਨੀ ਚਾਹੀਦੀ ਹੈ। ਜੇ ਅਸੀਂ ਭਜਨ ਬੰਦਗੀ ਕਰਨ ਲੱਗੇ ਹਾਂ ਤਾਂ ਅਸੀਂ ਕਿਸੇ ਨਾ ਕਿਸੇ ਦੀ ਕਦੇ ਨਾ ਕਦੇ ਤਾਂ ਸੰਗਤ ਕੀਤੀ ਨਾ, ਕਿਸੇ ਦੀ ਕੀਤੀ, ਕਦੇ ਕੀਤੀ, ਕਿਸੇ ਨੇ ਇੱਕ ਦਿਨ ਭਾਵੇਂ ਕੀਤੀ, ਹੋ ਸਕਦਾ ਉਸੇ ਦਿਨ ਹੀ ਉਹਦੇ ਮਨ 'ਤੇ ਅਸਰ ਹੋ ਗਿਆ ਹੋਵੇ ਅਤੇ ਉਹ ਜਿਹੜਾ ਹੈ ਭਜਨ ਬੰਦਗੀ ਵਾਲੇ ਪਾਸੇ ਲੱਗ ਗਿਆ ਹੋਵੇ। ਕਈਆਂ ਦਾ ਕਾਫੀ ਦੇਰ ਬਾਅਦ ਸੰਗਤ ਕਰਕੇ ਮਨ ਬਣਦਾ ਹੈ। ਸਤ ਸੰਗਤ ਜਦੋਂ ਵੀ ਮਿਲੇ, ਜਿੱਥੇ ਵੀ ਮਿਲੇ, ਉਹ ਕਰਨੀ ਚਾਹੀਦੀ ਹੈ। ਉਹਦੇ ਨਾਲ ਸਾਨੂੰ ਪ੍ਰੇਰਨਾ ਮਿਲਦੀ ਹੈ। ਸਤ ਸੰਗਤ ਬਹੁਤ ਵੱਡੀ ਪ੍ਰੇਰਨਾ ਸਰੋਤ ਹੈ। ਪ੍ਰੇਰਨਾ ਤੋਂ ਬਿਨਾਂ ਕਦੇ ਤਰੱਕੀ ਨਹੀਂ ਹੋਇਆ ਕਰਦੀ। ਵਿਦਿਆਰਥੀ ਪੜ੍ਹਦਾ, ਇਮਤਿਹਾਨ 'ਚ ਚੰਗੇ ਨੰਬਰ ਲੈ ਕੇ ਪਾਸ ਹੁੰਦਾ, ਮਾਂ ਪਿਓ ਵੀ ਉਹਨੂੰ ਸ਼ਾਬਾਸ਼ ਦਿੰਦੇ, ਟੀਚਰ ਵੀ ਉਹਨੂੰ ਸ਼ਾਬਾਸ਼ ਦਿੰਦੇ ਨੇ, ਇਨਾਮ ਵੀ ਦਿੰਦੇ ਨੇ, ਤਾਂ ਜੋ ਅੱਗੇ ਤੋਂ ਵੀ ਉਹ ਮਿਹਨਤ ਕਰੇ ਅਤੇ ਚੰਗੇ ਨੰਬਰ ਨਾਲ ਅਗਲੀਆਂ ਜਮਾਤਾਂ ਪਾਸ ਕਰੇ। ਪ੍ਰੇਰਨਾ ਜ਼ਰੂਰੀ ਹੁੰਦੀ ਹੈ। ਇਨਾਮ ਚਾਹੇ 1 ਰੁਪਈਏ ਦਾ ਹੋਵੇ, ਇਨਾਮ ਇਨਾਮ ਹੀ ਹੁੰਦਾ ਹੈ। ਇਨਾਮ ਇਨਾਮ ਹੀ ਹੁੰਦਾ ਹੈ। ਚਾਹੇ ਬੱਚੇ ਨੂੰ 1 ਰੁਪਈਏ ਦੀ ਕੋਈ ਚੀਜ਼ ਲੈ ਕੇ ਦੇ ਦਿਓ, ਵੀ ਸ਼ਾਬਾਸ਼ ਭਾਈ ਤੇਰੀ ਲਿਖਾਈ ਸਭ ਤੋਂ ਵਧੀਆ, ਸ਼ਾਬਾਸ਼ ਵੀ, ਲਓ ਜੇ ਜਮਾਤ 'ਚੋਂ ਫਸਟ ਆਇਆ ਉਹਨੂੰ ਥੋੜ੍ਹਾ ਬਹੁਤ ਇਨਾਮ ਦੇ ਦਿਓ। ਅਗਲਾ ਹੋਰ ਧਿਆਨ ਨਾਲ ਲਿਖਿਆ ਕਰੇਗਾ, ਵਧੀਆ ਲਿਖੇਗਾ, ਦੂਜਿਆਂ ਨੂੰ ਵੀ ਸ਼ੌਕ ਹੋ ਜਾਏਗਾ ਮੈਂ ਵੀ ਵਧੀਆ ਲਿਖਾ, ਮੈਨੂੰ ਵੀ ਇਨਾਮ ਮਿਲੇਗਾ ਸਟੇਜ 'ਤੇ। ਇਸ ਤਰ੍ਹਾਂ ਜਿਹੜੀ ਸਤ ਸੰਗਤ ਹੈ ਇਹ ਸਾਨੂੰ ਪ੍ਰੇਰਨਾ ਦਿੰਦੀ ਹੀ ਰਹਿੰਦੀ ਹੈ। ਨਹੀਂ ਤਾਂ ਬੰਦਾ ਮੈਂ ਦੇਖਿਆ ਜੇ ਸਤਸੰਗ ਨਹੀਂ ਕਰਦਾ ਉਹ ਢਿੱਲਾ ਪੈ ਜਾਂਦਾ, ਫਿਰ ਉਹ ਮਹੀਨੇ 2 ਮਹੀਨੇ ਬਾਅਦ ਢਿੱਲਾ ਪੈ ਜਾਂਦਾ। ਜਦੋਂ ਉਹਨੂੰ ਰੋਜ਼ ਡੋਜ਼ ਲੱਗਦੀ ਹੈ ਨਾ ਇਹ ਫਿਰ ਉਹ ਕਾਇਮ ਰਹਿੰਦਾ। ਕਿ ਮਨ ਖੋਟਾ ਹੈ। ਜਦੋਂ ਇਹਨੂੰ ਇਸ ਤਰ੍ਹਾਂ ਨਹੀਂ ਨਾ ਕੋਈ ਪ੍ਰੇਰਨਾ ਮਿਲੇਗੀ ਇਹ ਫਿਰ ਦੂਜੇ ਪਾਸੇ ਨੂੰ ਚਲੇ ਜਾਂਦਾ। ਇਸ ਕਰਕੇ ਸਤ ਸੰਗਤ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਹੈ। ਜਦੋਂ ਵੀ ਮਿਲੇ, ਜਿੱਥੇ ਵੀ ਮਿਲੇ, ਉੱਥੇ ਸਤ ਸੰਗਤ ਕਰਨੀ ਚਾਹੀਦੀ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਦੂਇਆ ਕਾਗਲ ਚਿਤ ਨ ਜਾਣ। ਦੂਜਾ ਕਾਗਲ ਕਾਗਜ਼ ਭਾਵ ਖਿਆਲ। ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਦੂਜਾ ਖਿਆਲ ਹੀ ਚਿੱਤ 'ਚ ਨਹੀਂ ਲਿਆਉਂਦਾ। ਹਰ ਇੱਕ ਤੈ ਕਾਰੈ ਲਾਇਓਨ। ਪਰਮਾਤਮਾ ਨੇ ਇੱਕੋ ਕੰਮ 'ਚ ਮੈਨੂੰ ਲਾ ਦਿੱਤਾ ਹੈ, ਨਾਮ ਜਪਣ ਦੇ 'ਚ। ਜਿਉਂ ਭਾਵੈ ਤਿਵੇਂ ਨਿਵਾਹੇ ਜੀਓ। ਜਿਵੇਂ ਉਹਨੂੰ ਚੰਗਾ ਲੱਗੇਗਾ ਉਵੇਂ ਮੇਰੇ ਕਾਰਜ ਨੂੰ ਪੂਰੀਆਂ ਕਰ ਦੇਵੇਗਾ। ਅਲਾ ਕਹਿੰਦੇ ਵੀ ਇਹਨੇ ਅੰਤ ਤੱਕ ਨਿਭਾਤੀ ਬਈ। ਹਾਂ, ਕਈ ਦੀ ਦੋਸਤੀ ਅੰਤ ਤੱਕ ਨਿਭਦੀ ਹੈ, ਕਈ ਜ਼ਿੰਮੇਵਾਰੀ ਆਪਣੀ ਅੰਤ ਤੱਕ ਨਿਭਾਉਂਦੇ ਹਨ,
ਕਹਿੰਦੇ ਫਿਰ ਪ੍ਰਮਾਤਮਾ ਜਿਵੇਂ ਚਾਹੇਗਾ ਅੰਤ ਤੱਕ ਨਿਭਾ ਦੇਗਾ। ਜਿਹੜਾ ਨਾਮ ਜਪਣ ਦਾ ਕਾਰਜ ਹੈ ਇਹ ਪੂਰਾ ਕਰ ਦੇਗਾ। ਤੁਸੀਂ ਭੋਗਿਓ ਭੁੰਚੋ ਭਾਈਓ, ਗੁਰ ਦੀਵਾਨ ਕਵਾਏ ਪਹਿਨਾਇਓ। ਹੂੰ ਹੋਆ ਮਾਹਰ ਪਿੰਡ ਦਾ ਬੰਨ, ਨੰਨੇ ਦੇ ਪੈਰ 'ਚ ਹਾਹਾ ਲਾ ਕੇ ਪੜ੍ਹਨਾ। ਬੰਨ ਆਂਦੇ, ਆੜੇ ਨੂੰ ਕੰਨਾ ਬਿੰਦੀ, ਆਂਦੇ ਮੈਨੇ ਲਿਆਂਦੇ। ਬੰਨ ਆਂਦੇ ਪੰਜ ਸ਼ਰੀਕ ਜੀਓ, ਸ਼ਰੀਕ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬਣਨਾ ਹੈ। ਕਹਿੰਦੇ ਤੁਸੀਂ ਭੋਗਿਓ ਭੁੰਚੋ ਭਾਈਓ, ਹੇ ਭਰਾਵੋ ਤੁਸੀਂ ਪਰਮਾਤਮਾ ਦੇ ਨਾਮ ਨੂੰ ਭੋਗੋ, ਭਾਵ ਨਮ ਜਪੋ, ਭੁੰਚੋ ਉਹਦਾ ਰਸ ਮਾਣੋ। ਜੇ ਕੋ ਖਾਵੇ ਜੇ ਕੋ ਭੁੰਚੇ, ਕਈ ਵਾਰੀ ਆਪਾਂ ਖਾ ਲੈਂਦੇ ਹਾਂ ਮਗਰੋਂ ਉਲਟੀਆਂ ਕਰ ਦੇਣਾ, ਇਹਦਾ ਮਤਲਬ ਅਸੀਂ ਭੁੰਚਿਆ ਤਾਂ ਹੈ ਨਾ, ਖਾ ਕੇ ਉਹਦਾ ਸਵਾਦ ਨਹੀਂ ਮਾਣਿਆ। ਖਾਧੇ ਦਾ ਤਾਂ ਹੀ ਫਾਇਦਾ ਜੇ ਉਹਦਾ ਸਵਾਦ ਵੀ ਮਾਣੀਏ। ਬਈ ਰਸਗੁੱਲੇ ਨੇ, ਇੱਕ ਸਿੱਧਾ ਹੀ ਮੂੰਹ 'ਚ ਪਾਇਆ, ਧੱਕਿਆ ਅਤੇ ਅੰਦਰ, ਇੱਕ ਦੇ ਉੱਤੇ ਢਿੱਡ ਭਰ ਗਿਆ। ਇੱਕ ਹੈ ਉਹਨੂੰ ਛੋਟੀ ਛੋਟੀ ਦੰਦੀਆਂ ਨਾਲ ਖਾਧਾ, ਉਹਦਾ ਰਸ ਮਾਣਿਆ, ਉਹ ਹੈ ਭੁੰਚਣਾ। ਆਪਾਂ ਰੋਟੀ ਖਾ ਰਹੇ ਦਵਾ ਦਵ 2 ਮਿੰਟਾਂ ਸਾਰੇ ਨਿਬੇੜਤੀ, ਉਹ ਭੁੰਚੀ ਨਹੀਂ, ਉਹ ਖਾਧੀ ਹੈ। ਜੇ ਉਹਨੇ ਚਬਾ ਕੇ ਹੌਲੀ ਹੌਲੀ ਖਾਈਏ, ਉਹ 'ਚ ਰਸ ਮਾਣੀਏ, ਉਹ ਹੈ ਭੁੰਚਣਾ। ਤਾਂ ਕਿ ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਉਧਾਰੋ। ਨਾਮ ਜਪਣਾ ਵੀ ਹੈ, ਫਿਰ ਨਾਮ ਦਾ ਆਨੰਦ ਵੀ ਮਾਨਣਾ ਹੈ। ਇਸ ਲਈ ਕਹੇ ਤੁਸੀਂ ਨਾਮ ਜਪੋ, ਉਹ 'ਚੋਂ ਰਸ ਵੀ ਲਓ, ਉਹਦਾ ਆਨੰਦ ਵੀ ਮਾਣੋ। ਫਿਰ ਕੀ ਹੋਏਗਾ? ਗੁਰ ਦੀਵਾਨ ਕਵਾਏ ਪਹਿਨਾਇਓ। ਗੁਰੂ ਜਿਹੜਾ ਦੀਵਾਨ ਮਨੇ ਪਰਮਾਤਮਾ ਦੇ ਦਰਬਾਰ ਵਿੱਚ, ਕਵਾਏ ਹੁੰਦਾ ਸਰੋਪਾ, ਪਹਿਨਾਇਓ ਪਹਿਨਾਏਗਾ। ਫਿਰ ਗੁਰੂ ਮਹਾਰਾਜ ਉਸ ਨੂੰ ਪਰਮਾਤਮਾ ਦੇ ਦਰਬਾਰ 'ਚ ਸਰੋਪਾ ਦੇਣਗੇ, ਭਾਵ ਆਦਰ। ਕਿਸੇ ਦੇ ਗਲ 'ਚ ਸਰੋਪਾ ਪਾਉਣਾ, ਉਹਦਾ ਆਦਰ ਮਾਣ ਕਰਨਾ ਹੁੰਦਾ ਹੈ। ਸੋ ਗੱਲ ਤਾਂ ਨਾਮ ਜਪਣ ਦੀ, ਕਦੇ ਬਸ ਨਾਮ ਜਪਦੇ ਜਾਓ। ਜਦੋਂ ਵੀ ਸੋਝੀ ਹੋ ਜੇ ਉਦੋਂ ਹੀ ਸਹੀ। ਇਹ ਨਹੀਂ ਸੋਚਣਾ ਮੇਰੇ 70 ਸਾਲ ਹੁਣ ਉਮਰ ਹੋ ਗਈ ਹੈ, ਪਹਿਲਾਂ ਮੈਂ ਸ਼ਰਾਬਾਂ ਪੀਂਦਾ ਰਿਹਾ, ਚੋਰੀਆਂ ਕਰ ਦੇਣਾ, ਪੁੱਠੇ ਕੰਮ ਕਰ ਦੇਣਾ, ਬਲਾ ਜੋ ਹੋ ਗਿਆ ਹੋ ਗਿਆ। ਉਹਦੇ ਬਾਰੇ ਫਜ਼ੂਲ ਹੈ ਸੋਚੀ ਜਾਂਦਾ, ਕਿਉਂਕਿ ਉਹ ਤਾਂ ਡਨ ਹੈ, ਉਹਨੂੰ ਅਣਡਨ ਨਹੀਂ ਕੀਤਾ ਜਾ ਸਕਦਾ। ਬਸ ਅੱਗੇ ਤੋਂ ਤੋਬਾ ਕਰ ਲਓ, ਸੱਚੇ ਪਾਤਸ਼ਾਹ ਮੈਂ ਇਹ ਕੰਮ ਮੁੜ ਕੇ ਨਹੀਂ ਕਰਦਾ, ਅਤੇ ਨਾਮ ਜਪਣਾ ਬਸ ਸ਼ੁਰੂ ਕਰ ਦਿਓ। ਦਿਨ ਰਾਤ ਲੱਗੇ ਰਹੋ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਉਹ ਬਖਸ਼ ਦਿੰਦਾ ਹਾਂ। ਜਦੋਂ ਅਸੀਂ ਕਿਸੇ ਔਗਣ ਨੂੰ ਦੁਬਾਰਾ ਨਾ ਕਰੀਏ, ਪਰਮਾਤਮਾ ਬਖਸ਼ ਦਿੰਦਾ ਵੀ ਚਲੋ ਠੀਕ ਹੈ ਭਾਈ ਗਲਤੀ ਹੋ ਗਈ। ਕਹਿੰਦੇ ਨੇ ਟੂ ਐਰ ਇਜ਼ ਹਿਊਮਨ, ਇਨਸਾਨ ਗਲਤੀ ਦਾ ਪੁਤਲਾ ਹੈ। ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਹਨ। ਆਪਣੀ ਗਲਤੀ ਨੂੰ ਸਵੀਕਾਰ ਕਰ ਲੈਣ ਵਾਲਾ ਬੰਦਾ ਵੀ ਮਹਾਨ ਹੁੰਦਾ ਹੈ। ਸਵੀਕਾਰ ਕਰੇਗਾ ਅਤੇ ਤਾਂ ਹੀ ਉਸ ਤੋਂ ਬਾਅਦ ਉਸ 'ਚ ਚੇਂਜ ਆਵੇਗੀ ਨਾ। ਇਸ ਲਈ ਗਲਤੀ ਠੀਕ ਹੈ, ਭਾਵੇਂ ਲੋਕਾਂ ਅੱਗੇ ਨਾ ਸਵੀਕਾਰ ਕਰੋ। ਗੁਰੂ ਮਹਾਰਾਜ ਨੂੰ ਪਤਾ ਹੀ ਹੈ, ਉਹਦੇ ਅੱਗੇ ਜਾ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਆਹ ਕਰਦਾ ਰਿਹਾ, ਆਹ ਕਰਦਾ, ਉਹ ਤਾਂ ਕਹਿੰਦੇ ਤਾਂ ਮੈਨੂੰ ਪਤਾ ਹੀ ਹੈ। ਮੈਂ ਗੁਰੂਆਂ ਜੀ ਸੱਚੇ ਪਾਤਸ਼ਾਹ ਮੈਂ ਚੋਰੀਆਂ ਕਰਦਾ ਰਿਹਾ, ਮੈਂ ਫਲਾਣਾ ਕਰਦਾ, ਮੈਨੂੰ ਮਾਫ਼ ਕਰ ਦਿਓ। ਉਹ ਤਾਂ ਗੁਰੂ ਨੂੰ ਪਤਾ ਵੀ ਕਰਦਾ ਰਿਹਾ, ਹੁਣ ਤਾਂ ਗੱਲ ਤਾਂ ਉਸ ਤੋਂ ਮਾਫ਼ੀ ਮੰਗਣ ਦੀ ਹੈ। ਤੋਬਾ ਕਰ ਸੱਚੇ ਪਾਤਸ਼ਾਹ, ਤੁਹਾਨੂੰ ਪਤਾ ਹੈ ਮੈਂ ਕੀ ਕਰਦਾ ਰਿਹਾ, ਜੋ ਮੈਂ ਗਲਤ ਕਰਦਾ ਰਿਹਾ, ਅੱਜ ਤੋਂ ਤੁਹਾਡੇ ਨਾਲ ਮੈਂ ਵਾਅਦਾ ਕੀਤਾ, ਮੈਂ ਅੱਜ ਤੋਂ ਉਹ ਛੱਡਿਆ। ਅੱਗੇ ਤੁਸੀਂ ਮੇਰੇ 'ਤੇ ਕਿਰਪਾ ਕਰੋ, ਨਾਮ ਦੀ ਦਾਤ ਦੇ ਕੇ ਮੈਨੂੰ ਇਸ ਪਾਸੇ ਲਾਈ ਰੱਖੋ ਬਸ। ਅਤੇ ਲੱਗੇ ਰਹਿਣਾ। ਜੇ ਗਣਕਾ ਵਰਗਿਆਂ ਦਾ ਪਾਰ ਉਤਾਰਾ ਹੋ ਸਕਦਾ, ਤੁਹਾਡਾ ਸਾਡਾ ਕਿਉਂ ਨਹੀਂ ਹੋ ਸਕਦਾ? ਜਿਨ੍ਹਾਂ ਨੇ ਸਾਰੀ ਉਮਰ ਜਿਹੜਾ ਹੈ ਇਹ ਕੰਮ ਕੀਤੇ ਪੁੱਠੇ, ਉਹਨੇ ਵੀ ਅਖੀਰ 'ਤੇ ਨਾਮ ਜਪਣਾ ਸ਼ੁਰੂ ਕਰਤਾ। ਅਤੇ ਭਾਈ ਗੁਰਦਾਸ ਕਹਿੰਦੇ ਨੇ ਵੀ ਜਦੋਂ ਸੱਪ ਨੇ ਡੰਗ ਮਾਰਿਆ ਨਾ, ਉਹਦੇ ਮੂੰਹ ਨਿਕਲਿਆ ਰਾਮ, ਅਤੇ ਉਸੇ ਵੇਲੇ ਦੇਵਤੇ ਆ ਕੇ ਉਸਨੂੰ ਸਵਰਗਾਂ ਨੂੰ ਲੈ ਗਏ। ਇਸ ਲਈ ਕੋਈ ਵੀ ਸਮਾਂ ਹੋਵੇ, ਕਿਹੋ ਜਿਹੇ ਵੀ ਹੋਈਏ, ਕੋਈ ਗੱਲ ਨਹੀਂ ਹੈ। ਜੋ ਕੀਤਾ ਉਹਨੂੰ ਛੱਡ ਦਿਓ, ਅੱਗੇ ਤੋਂ ਕਰਨਾ ਨਹੀਂ।
तो फिर लगे रहो बस मरण तक, चाहे 5 साल जिंदगी रह गई, चाहे 10 साल रह गई। सो गुरु महाराज कहते हों होआ माहर पिंड दा, बन आंदे 5 शरीक जी। ਹੁਣ ਕਹਿੰਦੇ ਪਿੰਡ ਦਾ, ਇੱਥੇ ਪਿੰਡ ਤੋਂ ਭਾਵੇਂ ਸਰੀਰ। ਮਾਹਰ ਹੁੰਦਾ ਸ਼ਬਦ, ਫਾਰਸੀ ਦਾ ਸ਼ਬਦ ਹੈ ਮਾਹਰ, ਉਹਦਾ ਅਰਥ ਹੈ ਚੌਧਰੀ। ਇੱਕ ਹੁੰਦਾ ਮਾਹਿਰ, ਇਸ ਕੰਮ 'ਚ ਬੜਾ ਮਾਹਿਰ ਹੈ, ਉਹ ਹਾਇਰ ਨੂੰ ਸਿਹਾਰੀ ਨਾਲ ਹੁੰਦਾ ਹੈ, ਉਹ ਵੀ ਫਾਰਸੀ ਦਾ ਸ਼ਬਦ। ਮਾਹਿਰ ਹੁੰਦਾ ਨਿਪੁੰਨ, ਵੀ ਇਹ ਬੜਾ ਮਾਹਰ ਕਾਰੀਗਰ ਹੈ। ਇਹ ਮਾਹਰ ਹੁੰਦਾ ਮਾਲਕ, ਚੌਧਰੀ। ਮੈਂ ਹੁਣ ਆਪਣੇ ਸਰੀਰ ਦਾ ਮਾਲਕ ਹੋ ਗਿਆ ਹਾਂ। ਬਨ ਆਂਦੇ 5 ਸ਼ਰੀਕ, ਇਹ 5 ਸ਼ਰੀਕ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਹਿੰਦੇ ਇਹਨਾਂ 5 ਨੂੰ ਹੁਣ ਮੈਂ ਬੰਨ੍ਹ ਲਿਆ ਹੈ, ਕਾਬੂ ਕਰ ਲਿਆ ਹੈ। ਕਿਉਂ? ਕਹਿੰਦਾ ਮੇਰੇ ਸਰੀਰ 'ਤੇ ਮੇਰਾ ਕੰਟਰੋਲ ਹੋ ਗਿਆ ਅਤੇ ਇਹਨਾਂ 5 ਨੂੰ ਮੈਂ ਹੁਣ ਬੰਨ੍ਹ ਲਿਆ, ਹੁਣ ਇਹਨਾਂ ਦੀ ਪੇਸ਼ ਨਹੀਂ ਜਾਂਦੀ। ਹੂੰ ਆਇਆ ਸਾਮੇ, ਇਹ ਮੰਮੇ ਦੇ ਪੈਰ 'ਚ ਟੇਢੀ ਲਾਈਨ ਲੱਗੀ ਹੋਈ ਹੈ। ਹਿੰਦੀ ਦੇ ਨਿਯਮ ਅਨੁਸਾਰ ਇਹ ਹੈ ਹਲੰਤ। ਹਲੰਤ ਜਿਹਦੇ ਹੇਠਾਂ ਲੱਗਾ ਹੋਇਆ ਉਹਦਾ ਜਿਹੜਾ ਉਚਾਰਨ ਹੈ ਅੱਧਾ ਹੋ ਜਾਂਦਾ ਹੈ, ਪਰ ਗੁਰਬਾਣੀ ਅਨੁਸਾਰ ਜਿਹੜਾ ਹੈ ਇਹ ਹਲੰਤ ਨਹੀਂ ਹੈ, ਇਹ ਹੈ ਅੱਧਾ ਹਾਹਾ। ਇਹ ਅੱਧੇ ਹਾਹੇ ਦੀ ਆਵਾਜ਼ ਦਿੰਦੀ ਹੈ ਟੇਢੀ ਲਾਈਨ। ਸਾਮੇ ਹੁੰਦਾ ਸ਼ਰਨ। ਹੋਂ ਆਇਆ ਸਾਮੇ ਤਿਹੰਡੀਆ, ਇਹਨੂੰ ਤਿਹੰਡੀਆ ਨਹੀਂ ਪੜ੍ਹਨਾ, ਨਹੀਂ ਤਾਂ ਤੁਸੀਂ ਮਹਿੰਗਾ ਪੜ੍ਹ ਦੋਗੇ। ਇਹ ਕੱਪੜਾ ਬੜਾ ਮਹਿੰਗਾ ਹੈ। ਉਹ ਕੀ ਹੁੰਦਾ? ਜਿਵੇਂ ਇੱਕ ਬੱਚੇ ਨੂੰ ਪੜ੍ਹਨ 'ਚ ਗਲਤੀ ਲੱਗ ਗਈ, ਉਹ ਮੇਰੇ ਕੋਲ ਆ ਗਿਆ, ਕਹ ਸਰ ਜੀ ਸਵੈਨਿਟੀ ਦਾ ਕੀ ਮਤਲਬ ਹੁੰਦਾ? ਮੈਂ ਸੋਚੀ ਗਿਆ, ਮੈਂ ਯਾਰ ਮੈਂ MA ਇੰਗਲਿਸ਼ ਕੀਤੀ ਹੈ, ਮੈਨੂੰ ਤਾਂ ਇਹ ਸ਼ਬਦ ਆਇਆ ਨਹੀਂ ਹੈ MA ਤੱਕ। ਤੂੰ ਸਪੈਲਿੰਗ ਬੋਲ। ਜਦੋਂ ਸਪੈਲਿੰਗ ਬੋਲੇ ਮੈਂ ਇਹ ਤਾਂ 70 ਹੈ, ਕਹਿੰਦਾ ਓਹੋ, ਫਿਰ ਤਾਂ ਉਹਨੂੰ ਵੀ ਸਮਝ ਆ ਗਈ ਵੀ 70 ਹੈ। 70 ਨੂੰ ਉਹਨੇ ਪੜ੍ਹਤਾ ਸਵੈਨਿਟੀ, ਅਤੇ ਉਹਨੂੰ ਵੀ ਨਾ ਸਮਝ ਆਵੇ ਕੀ ਬਲਾ ਹੈ। ਮੈਨੂੰ ਵੀ ਨਾ ਸਮਝ ਆਵੇ, ਮੈਂ ਤਾਂ ਭਰਾਵਾ ਪੜ੍ਹਿਆ ਨਹੀਂ ਹੈਗਾ ਹੈ। ਚਲ ਮੈਂ ਬਜਾਏ ਤੇ ਇੱਕ ਡਿਕਸ਼ਨਰੀ ਫਰੋਲ ਕੇ ਉਹਨੂੰ ਦੱਸਦਾ, ਮੈਂ ਤੂੰ ਸਪੈਲਿੰਗ ਬੋਲ। ਜਦ ਸਪੈਲਿੰਗ ਬੋਲੇ ਮੈਂ ਕਾਕਾ ਇਹ ਤਾਂ 70 ਹੈ, ਕਹਿੰਦਾ ਓਹੋ, ਫਿਰ ਤੁਹਾਨੂੰ ਪਤਾ ਲੱਗਿਆ 70 ਹੁੰਦਾ ਹੈ। ਇਸ ਲਈ ਮਹਿੰਗਾ, ਜਿਵੇਂ ਕੋਈ ਬੱਚੇ ਕਹਿੰਦੇ ਇਹ ਕੱਪੜਾ ਬੜਾ ਮਹਿੰਗਾ ਹੈ, ਲਿਖਿਆ ਤਾਂ ਮਹਿੰਗਾ ਹੀ ਹੈ ਨਾ। ਲਿਖਦੇ ਤਾਂ ਆਪਾਂ ਮਹਿੰਗਾ ਨੂੰ ਕੀ ਲਿਖਦੇ ਹਾਂ? ਮਹਿੰਗਾ। ਮੰਮਾ ਹਾਹੇ ਨੂੰ ਸਿਹਾਰੀ, ਉੱਤੇ ਟਿੱਪੀ, ਗੱਗੇ ਨੂੰ ਕੰਨਾ, ਲਿਖ ਦਿੰਦੇ ਹੀ। ਪਰ ਜੇ ਹੁਣ ਬੱਚਿਆਂ ਨੂੰ ਪੜ੍ਹਦੇ ਕੱਪੜਾ ਬੜਾ ਮਹਿੰਗਾ ਹੈ, ਟੀਚਰ ਕਹਿੰਦਾ ਵੀ ਨਹੀਂ ਕਾਕਾ ਮਹਿੰਗਾ ਹੁੰਦਾ ਇਹ। ਬਹੁਤੀ ਵਾਰੀ ਟੀਚਰ ਦੱਸਦੇ ਹੀ ਨਹੀਂ ਕਿ ਇਹਨੂੰ ਮਹਿੰਗਾ ਬੋਲਦੇ ਕਿਉਂ ਨੇ। ਇੱਕ ਬੱਚਾ ਕਹਿੰਦਾ ਮਹਿੰਗਾ, ਟੀਚਰ ਕਹਿੰਦਾ ਨਹੀਂ ਕਾਕਾ ਇਹਨੂੰ ਬੋਲਦਾ ਮਹਿੰਗਾ। ਉਹ ਠੀਕ ਕਰ ਵੀ ਮਹਿੰਗਾ, ਪਰ ਉਹਨੂੰ ਦੱਸਿਆ ਨਹੀਂ ਜਾਂਦਾ ਵੀ ਇਹਨੂੰ ਮਹਿੰਗਾ ਬੋਲਣਾ ਕਿਉਂ ਹੈ। ਇਹ ਨਿਯਮ ਹੈ ਹਿੰਦੀ ਦਾ, ਪੰਜਾਬੀ ਦਾ, ਫਾਰਸੀ ਦਾ ਨਹੀਂ। ਹਿੰਦੀ, ਪੰਜਾਬੀ, ਸੰਸਕ੍ਰਿਤ ਦਾ ਨਿਯਮ ਹੈ ਕਿ ਹਾਹੇ ਤੋਂ ਪਹਿਲਾ ਅੱਖਰ ਜੇ ਬੁਕਤਾ ਹੋਵੇ ਤਾਂ ਉਸ ਨੂੰ ਦਲਾਵਾਂ ਲੱਗਦੀਆਂ, ਤਾਂ ਮੰਮੇ ਲੱਗ ਗਈਆਂ ਦਲਾਵਾਂ। ਹੁਣ ਆਪਾਂ ਉੱਥੇ ਹੈ ਮਹਿੰਗਾ ਲਿਖਿਆ, ਹਾਹੇ 'ਤੇ ਲੱਗੀ ਹੈ ਟਿੱਪੀ, ਉਹ ਮੰਮੇ ਨੂੰ ਦਲਾਵਾਂ ਦੇ ਨਾਲ ਬਣ ਜਾਏਗੀ ਬਿੰਦੀ, ਅਤੇ ਜਿਹੜੀ ਹਾਹੇ ਨੂੰ ਸਿਹਾਰੀ ਉਹ ਆਟੋਮੈਟੀਕਲੀ ਖਤਮ ਹੋ ਜਾਏਗੀ। ਅਤੇ ਹੁਣ ਸਾਡੇ ਕੋਲ ਕੀ ਰਹਿ ਗਿਆ? ਮੰਮੇ ਨੂੰ ਦਲਾਵਾਂ, ਬਿੰਦੀ, ਹਾਹਾ, ਗੱਗੇ ਨੂੰ ਕੰਨਾ। ਕੀ ਹੋ ਗਿਆ? ਮਹਿੰਗਾ। ਇਸ ਤਰ੍ਹਾਂ ਰਹਿੰਦਾ ਨਹੀਂ ਪੜ੍ਹਨਾ। ਕੀ ਪੜ੍ਹਨਾ? ਰਹਿੰਦਾ। ਇਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਹੋਂ ਆਇਆ ਸਾਮੇ, ਇਹਨੂੰ ਤਿਹੰਡੀਆ ਨਹੀਂ ਪੜ੍ਹਨਾ, ਤਿਹੰਡੀਆ। ਇਹ ਜਿਹੜੀ ਟਿੱਪੀ ਲੱਗੀ ਹੈ ਇਹ ਤੱਤੇ 'ਤੇ ਲਾ ਕੇ ਬੋਲਣੀ ਹੈ। ਤਿਹੰਡੀਆ ਮੈਨੇ ਤੇਰੀ। ਜੇ ਮਹਿੰਡਿਆ ਮੇਰਾ, ਇਹਨੂੰ ਤਿਹੰਡੀਆ ਨਹੀਂ ਪੜ੍ਹਨਾ, ਖਿਆਲ ਰੱਖਣਾ। ਤਿਹੰਡੀਆ। ਹੋਂ ਆਇਆ ਸਾਮੇ ਤਿਹੰਡੀਆ, 5 ਕਿਰਸਾਨ ਮੁਜੇਰੇ ਮਹਿੰਡਿਆ। ਇਹਨੂੰ ਮਹਿੰਡਿਆ ਪੜ੍ਹਨਾ, ਮੰਮੇ ਦੀ ਟਿੱਪੀ ਲਾ ਕੇ ਪੜ੍ਹਨਾ। ਮਹਿੰਡਿਆ ਮੈਨੇ ਮੇਰੇ। ਕੰਨ ਕੋਈ ਕੱਢ ਨਾ ਹੰਗਈ,
ਨਾਨਕ ਬੁੱਠਾ ਘੁੱਗ ਗਿਰਾਉਂ ਜੀਓ। ਗਿਰਾਉਂ ਊੜੇ ਨੂੰ ਬਿੰਦੀ, ਹਿੰਦੀ ਦਾ ਸ਼ਬਦ ਹੈ ਗਿਰਾਂ, ਪਿੰਡ, ਪਿੰਡ ਨੂੰ ਕਹਿੰਦੇ ਨੇ। ਘੁੱਗ ਗਿਰਾਉਂ ਜੀਓ। ਹਉ ਆਇਆ ਸਾਮੇ ਤਿਹੰਡੀਆ। ਹੇ ਪਰਮਾਤਮਾ ਮੈਂ ਤੇਰੀ ਸ਼ਰਨ 'ਚ ਆਇਆ। ਸਾਮੇ ਸ਼ਰਨ ਵਿੱਚ, ਤਿਹੰਡੀਆ ਤੇਰੀ। ਹੇ ਪਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਆਇਆ। ਪੰਜ ਕਿਰਸਾਨ ਮਜੇਰੇ ਮਹਿੰਡਿਆ। ਹੁਣ ਜਿਹੜੇ ਪੰਜ ਕਿਸਾਨ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਜੇਰੇ ਹੁੰਦਾ ਨੌਕਰ, ਜਿਹੜੇ ਖੇਤਾਂ 'ਚ ਕੰਮ ਕਰਦੇ ਨੇ, ਉਹਨਾਂ ਮਜਾਰੇ ਜਾਂ ਮਜੇਰੇ ਕਹਿੰਦੇ ਨੇ। ਮਹਿੰਡਿਆ ਮੈਨੇ ਵੇਰੇ। ਹੁਣ ਇਹ ਪੰਜੇ ਕਿਰਸਾਨ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਨੌਕਰ ਹੋ ਗਏ ਹਨ। ਨਹੀਂ ਤਾਂ ਅਸੀਂ ਇਹਨਾਂ ਦੇ ਨੌਕਰ ਹਾਂ, ਅਸੀਂ ਇਹਨਾਂ ਦੇ ਅਧੀਨ ਹੋ ਕੇ ਕਰਮ ਕਰਦੇ ਹਾਂ। ਜਦੋਂ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿਸੇ ਦੇ ਵੀ ਅਧੀਨ ਹੋ ਕੇ ਕਰਮ ਕਰੇਗਾ, ਉਸ ਤੋਂ ਕੰਮ ਗਲਤ ਹੋਣਾ ਹੀ ਹੋਣਾ, ਉਸ ਤੋਂ ਕਰਮ ਗਲਤ ਹੋਣਾ ਹੀ ਹੋਣਾ ਹੈ। ਇਸ ਲਈ ਪਹਿਲਾਂ ਤਾਂ ਮਾਲਕ ਸਨ, ਹੁਣ ਕਹਿੰਦੇ ਮੇਰੇ ਨੌਕਰ ਹੋ ਗਏ ਨੇ। ਕਿਉਂਕਿ ਹੇ ਪਰਮਾਤਮਾ ਮੈਂ ਤੇਰੀ ਸ਼ਰਨ 'ਚ ਆ ਗਿਆ। ਜਦੋਂ ਪਰਮਾਤਮਾ ਦੀ ਸ਼ਰਨ 'ਚ ਆ ਗਏ ਤਾਂ ਪਰਮਾਤਮਾ ਫਿਰ ਸਭ ਕੁਝ ਵੱਸ 'ਚ ਕਰ ਦਿੰਦਾ ਹੈ। ਪੰਜ ਕਿਰਸਾਨ ਮੁਜੇਰੇ ਮਹਿੰਡਿਆ। ਪੰਜ ਜਿਹੜੇ ਦੂਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਨੌਕਰ ਹੋ ਗਏ ਹਨ। ਕੰਨ ਕੋਈ ਕੱਢ ਨਾ ਹੰਗਈ। ਕੰਨ ਹੁੰਦਾ ਮੋਢਾ, ਕੰਧਾ ਜਿਹਨੂੰ ਕਹਿੰਦੇ, ਭਾਵ ਇੱਥੇ ਸਿਰ। ਕੱਢ, ਕੱਢ ਚੱਕਣਾ। ਹੁਣ ਕੋਈ ਸਿਰ ਚੱਕ ਨਹੀਂ ਸਕਦਾ। ਹੰਗੀ ਮੈਨੇ ਸਕਦਾ। ਹੁਣ ਇਹਨਾਂ 'ਚੋਂ ਕੋਈ ਸਿਰ ਨਹੀਂ ਚੱਕ ਸਕਦਾ। ਜਿਹੜਾ ਤਾਂ ਜਿਸ ਬੰਦੇ 'ਚ ਆਕੜ ਹੋਵੇ ਉਹ ਸਿੱਧਾ ਪੈਦਾ ਕਰੇ, ਜਿਹੜੇ ਨਾ ਆਵੇ ਸਿਰ ਨੀਵਾਂ ਕਰ ਲੈਂਦੇ ਕਿ ਨਹੀਂ। ਹੁਣ ਇਹ ਸਿਰ ਨਹੀਂ ਚੱਕ ਸਕਦੇ ਵੀ ਇਹਨਾਂ ਦੀ ਜ਼ਰੂਰਤ ਨਹੀਂ ਹੈ ਮੇਰੇ ਅੱਗੇ ਆਕੜਨ ਦੀ ਵੀ ਹਾਂ ਮੇਰੇ 'ਤੇ ਉਹਨੇ ਰੋਬ ਨਹੀਂ ਪਾ ਸਕਦੇ, ਆਪਣੀ ਨਹੀਂ ਚਲਾ ਸਕਦੇ। ਕੰਨ ਕੋਈ ਕੱਢ ਨਾ ਹੰਗਈ। ਹੰਗੀ ਮੈਨੇ ਸਕਦਾ। ਕੰਨ ਭਾਵ ਮੋਢਾ ਭਾਵ ਸਿਰ। ਹੁਣ ਕੋਈ ਸਿਰ ਉੱਚਾ ਨਹੀਂ ਕਰ ਸਕਦਾ। ਨਾਨਕ ਬੁੱਠਾ ਘੁੱਗ ਗਿਰਾਉਂ ਜੀ। ਘੁੱਗ ਹੁੰਦਾ ਜਿੱਥੇ ਵਸੋਂ ਬਹੁਤ ਸੰਘਣੀ। ਹੁਣ ਜਿਹੜਾ ਮੇਰਾ ਪਿੰਡ ਹੈ ਇਹ ਸੰਘਣੀ ਵਸੋਂ ਵਾਲਾ ਹੋ ਗਿਆ ਹੈ। ਦੇਖੋ ਸੰਘਣੀ ਵਸੋਂ ਉੱਥੇ ਹੀ ਹੋਵੇਗੀ ਜਿੱਥੇ ਸੁੱਖ ਸਹੂਲਤਾਂ ਹੋਣ। ਜਿਸ ਇਲਾਕੇ ਸੁੱਖ ਸਹੂਲਤਾਂ ਲੋਕ ਉੱਥੋਂ ਚਲੇ ਜਾਂਦੇ ਨੇ। ਪੰਜਾਬ ਕਿਉਂ ਉੱਜੜ ਰਿਹਾ ਹੈ? ਕਿਉਂਕਿ ਇੱਥੇ ਕੰਮ ਨਹੀਂ ਮਿਲਦਾ ਲੋਕਾਂ ਨੂੰ। 4 ਸਾਲ ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ। ਹੁਣ ਕੱਢੀਆਂ ਨੇ, ਇਹ ਵੀ ਨਹੀਂ ਪਤਾ ਵੀ ਇਹਨਾਂ ਤੱਕ ਉਹ ਮਿਲਣਗੀਆਂ ਵੀ ਕਿ ਸਰਕਾਰ ਕਈ ਵਾਰੀ ਕੀ ਕਰਦੀ ਹੈ, ਕੁਝ ਲੋਕਾਂ ਨੂੰ ਗਲਤ ਚੁਣ ਲੈਂਦੀ ਹੈ ਲਿਸਟ ਛਪ ਕੇ। ਹਾਂਜੀ ਸਿਲੈਕਟ ਹੋ ਗਏ, ਗਲਤ ਚੁਣ ਲਿਆ। ਆਪਣੇ ਹੀ ਕਿਸੇ ਬੰਦੇ ਨੂੰ ਚੱਕ ਦਿੰਦੇ ਨੇ ਵੀ ਦੇਖੋ ਜੀ ਮੈਂ ਯੋਗ ਸੀ, ਆ ਬੰਦੇ ਜਿਹਨੇ ਗਲਤ ਚੁਣੇ ਗਏ ਨੇ, ਇਨਸਾਫ ਹੋਣਾ ਚਾਹੀਦਾ। ਉਹ ਕੋਰਟ 'ਚ ਚਲਾ ਜਾਂਦਾ, ਉਹ ਵਿੱਚ ਹੀ ਰੁਕ ਜਾਂਦਾ। ਇਹਨੇ 'ਚ ਇਹਨੂੰ ਨਵੀਆਂ ਇਲੈਕਸ਼ਨ ਆ ਗਈਆਂ, ਫਿਰ ਕਹਿੰਦੇ ਦੇਖੋ ਅਸੀਂ ਨੌਕਰੀ ਤਾਂ ਤੁਹਾਨੂੰ ਦਿੱਤੀਆਂ ਸੀ, ਹੁਣ ਅਸੀਂ ਕੀ ਕਰੀਏ, ਕੋਰਟ ਹੈ ਸਾਨੂੰ ਫਿਰ ਦੁਬਾਰਾ ਜਿਤਾਓ, ਅਸੀਂ ਤੁਹਾਨੂੰ ਫਿਰ ਨੌਕਰੀਆਂ ਦੇਵਾਂਗੇ। ਇਸ ਲਈ ਕੋਈ ਪਤਾ ਨਹੀਂ ਜਿਹੜੀਆਂ ਹੁਣ ਨੌਕਰੀਆਂ ਮਿਲ ਰਹੀਆਂ ਨੇ ਇਹ ਵਾਕਈ ਮਿਲ ਜਾਣਗੀਆਂ, ਕੋਈ ਗਰੰਟੀ ਨਹੀਂ ਹੈਗੀ, ਕੋਈ ਗਰੰਟੀ ਨਹੀਂ ਹੈਗੀ। ਇਸ ਲਈ ਹੁਣ ਹੁੰਦਾ ਕੀ ਹੈ, ਘੁੱਗ ਆਪੇ ਵਸੋਂ ਉੱਜੜ ਰਹੀ ਹੁਣ ਪੰਜਾਬ ਦੀ। ਜਦੋਂ ਬਣ ਗਿਆ ਸਾਡਾ ਸਾਰਾ ਗੁਰਦੁਆਰਾ ਸਾਹਿਬ ਕੰਪਲੀਟ ਹੋ ਗਿਆ, ਮੇਰੀ ਇੱਛਾ ਹੋਈ ਵੀ ਜਿਹੜੀ ਕਾਰ ਪਾਰਕਿੰਗ ਮੈਂ ਇਹਨੂੰ ਇਸ ਨੂੰ ਛੱਤ ਦੇਵਾਂ ਉੱਤੇ, ਵੀ ਚਲੋ ਛਾਵੇਂ ਕਾਰਾਂ ਖੜੀਆਂ ਰਹਿਣਗੀਆਂ। ਮਿਸਿਜ਼ ਕਹਿੰਦੇ ਵੀ ਹੁਣ ਕੋਈ ਬਿਲਡਿੰਗ ਨਹੀਂ ਬਣਾਉਣੀ, ਪੰਜਾਬ 'ਤੇ ਉੱਜੜ ਰਿਹਾ, ਸੰਗਤ 'ਤੇ ਘਟ ਰਹੀ ਹੈ, ਅਤੇ ਬਣਾਉਣਾ ਕਿਹਦੇ ਲਈ ਹੈ? ਅਤੇ ਉਹੀ ਗੱਲ ਹੈ, ਦੇਖੋ ਹੁਣ ਦਿਨੋਂ ਦਿਨ ਸੰਗਤ ਘਟ ਰਹੀ ਕਿ ਨਹੀਂ। ਬੱਚੇ ਗਏ ਨਾਲ ਮਾਂ ਪਿਓ ਗਏ, ਕੋਈ ਮਿਲਣ ਚਲੇ ਗਏ, ਕੋਈ 2 ਮਹੀਨੇ ਚਲੇ, ਕੋਈ 4 ਮਹੀਨੇ ਲਈ ਚਲਿਆ ਗਿਆ, ਬਸ ਇਸ ਤਰ੍ਹਾਂ ਹੀ ਹੈ। ਕਹਿੰਦੇ ਬਣਾਉਣਾ ਹੁਣ ਕਿਹਦੇ ਲਈ ਹੈ? ਜਿਹੜੀ ਬਿਲਡਿੰਗ ਬਣ ਗਈ ਬਸ ਇਸੇ ਨੂੰ ਕਿਤੇ ਮੇਨਟੇਨ ਕਰੀ ਜਾਣ, ਇਹਨੂੰ ਸਜਾ ਲਓ ਅੰਦਰੋਂ ਬਾਹਰੋਂ ਜਿੰਨੀ ਸੱਜਦੀ ਹੈ, ਹੋਰ ਕੋਈ ਬਿਲਡਿੰਗ ਨਹੀਂ ਬਣਾਉਣੀ ਹੈ। ਪੰਜਾਬ ਉੱਜੜ ਰਿਹਾ, ਲੱਖਾਂ ਬੱਚੇ ਹਰ ਸਾਲ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ। ਇਸ ਲਈ ਜਿੱਥੇ ਘੁੱਗ ਵੱਸਦਾ ਸੀ ਪੰਜਾਬ ਆਪੇ ਉਜਾੜ ਹੋ ਜਾਣੀ।
ਹੁਣ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮੇਰੇ ਮਨ ਨੂੰ ਉਜਾੜ ਰੱਖਿਆ ਸੀ ਨਾ, ਉਹ ਕਹਿੰਦੇ ਇਹ ਹੁਣ ਮੇਰੇ ਕਾਬੂ 'ਚ ਆ ਗਏ ਨੇ। ਹੁਣ ਮੇਰਾ ਮਨ ਖੁਸ਼ ਹੈ, ਰੰਗੀ ਵਸਦਾ। ਉਹਨੂੰ ਕਹਿੰਦੇ ਘੁੱਗ ਵਸੇ ਗਰਾਉਂ। ਹਾਂ ਵਾਰੀ ਘੁੰਮਾਂ ਜਾਮਦਾ, ਇੱਕ ਸਾਹਾ ਤੁਧ ਧਿਆਇਂਦਾ, ਉਜੜ ਥੇ ਵਸਾਇਓ, ਹਾਂ ਤੁਧ ਵਿਟੋਂ ਕੁਰਬਾਨ ਜੀਓ। ਹਾਂ ਉਹਦੇ ਨੂੰ ਬਿੰਦੀ ਲਾ ਕੇ ਬਣਾ, ਹਾਂ ਹੁੰਦਾ ਮੈਂ। ਵਾਰੀ ਘੁੰਮਾਂ ਜਾਮਦਾ, ਵਾਰੀ ਘੁੰਮਾਂ ਹੁੰਦਾ ਬਲਿਹਾਰ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ। ਹੇ ਪ੍ਰਮਤ ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਇੱਕ ਸਾਹਾ ਹੁੰਦਾ ਲਗਾਤਾਰ। ਅਲੱਗ ਕਹਿੰਦੇ ਉਹਨੇ ਇੱਕ ਸਾਹ 'ਚ ਸਾਰਾ ਪਾਣੀ ਪੀ ਲਿਆ, ਡੇਗ ਲਾ ਕੇ ਪੀਣਾ ਲਗਾਤਾਰ। ਆਪਾਂ ਲਗਾਤਾਰ ਕੋਈ ਸਾਹ ਨਹੀਂ ਲੈਂਦੇ, ਲਗਾਤਾਰ ਕਰੀ ਜਿਹਨੂੰ ਕਹਿੰਦੇ ਨੇ ਇੱਕ ਸਾਹ। ਇੱਕ ਸਾਹ ਤੁਧ ਧਿਆਇਂਦਾ, ਮੈਂ ਇੱਕੋ ਸਾਹ ਭਾਵ ਲਗਾਤਾਰ ਤੈਨੂੰ ਧਿਆਉਂਦਾ ਰਹਿੰਦਾ ਹਾਂ। ਉਜੜ ਥੇ ਵਸਾਇਓ, ਇਹ ਜਿਹੜਾ ਮੇਰਾ ਸਰੀਰ ਰੂਪੀ ਥੇ ਸੀ ਨਾ, ਕਹਿੰਦੇ ਉਜੜ ਗਿਆ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਜਾੜ ਦਿੱਤਾ ਸੀ। ਹੁਣ ਕੀ ਹੋਇਆ? ਤੂੰ ਵਸਾ ਦਿੱਤਾ ਹੋ। ਹਾਂ ਤੁਧ ਵਿਟੋ ਕੁਰਬਾਨ ਜੀਓ। ਇਸ ਲਈ ਫੇ ਪ੍ਰਵਾਤਮਾ ਮੈਂ ਤੇਰੇ ਤੋਂ ਕੁਰਬਾਨ ਜਾਂਦਾ। ਤੁਸੀਂ ਮੇਰੇ ਉਜੜੇ ਹੋਏ ਸਰੀਰ ਨੂੰ, ਮੇਰੇ ਉਜੜੇ ਹੋਏ ਘਰ ਨੂੰ ਤੁਸੀਂ ਵਸਾ ਦਿੱਤਾ ਹੈ। ਕਿਉਂ? ਜਿਨ੍ਹਾਂ ਬੁਰਾਈਆਂ ਕਾਰਨ ਸਾਡਾ ਉਜਾੜਾ ਹੁੰਦਾ, ਉਹ ਬੁਰਾਈਆਂ ਹੀ ਪਰਮਾਤਮਾ ਨੇ ਅੰਦਰੋਂ ਖਤਮ ਕਰਤੀਆਂ। ਆਪੇ ਮੋਜੇ ਹੀ ਮੋਜੇ ਨੇ ਵਸ ਕੇ ਗੱਲ। ਹਰ ਇਠੈ ਨਿਤ ਧਿਆਇਂਦਾ, ਮਨ ਚਿੰਦੀ ਸੋ ਫਲ ਪਾਇਂਦਾ, ਸਭੇ ਕਾਜ ਸਵਾਰਿਅਨ, ਲਾਹੀਅਨ ਮਨ ਕੀ ਭੁੱਖ ਜੀਓ। ਇਠੈ ਹੁੰਦਾ ਪਿਆਰਾ। ਹਰ ਇਠੈ ਨਿਤ ਧਿਆਇਂਦਾ, ਮੈਂ ਪਿਆਰੇ ਹਰੀ ਨੂੰ ਰੋਜ਼ ਧਿਆਉਂਦਾ। ਨਿਤ ਦਾ ਸ਼ਬਦੀ ਅਰਥ ਹੈ ਹਮੇਸ਼ਾ। ਮੈਂ ਹਮੇਸ਼ਾ ਪਰਮਾਤਮਾ ਨੂੰ ਧਿਆਉਂਦਾ ਹਾਂ। ਨਿਤ ਨਹੀਂ, ਜੇ ਨਿਤ ਦਾ ਹਰ ਰੋਜ਼ ਕਹੋਗੇ ਤਾਂ ਫਿਰ ਪਤਾ ਕਿ ਜੀ ਕਿੰਨੀ ਦੇਰ ਜੀ। ਜੀ ਮੈਂ ਹਰ ਰੋਜ਼ ਨਾਮ ਜਪਦਾ, ਫਿਰ ਤੁਹਾਡੇ ਅੱਗੇ ਪੁੱਛਵੇ ਕਿੰਨੀ ਦੇਰ ਜੀ। ਮੈਂ ਨਿਤ ਨਾਮ ਜਪ ਵੀ ਮੈਂ ਤਾਂ ਹਰ ਵਕਤ ਨਾਮ ਜਪਦਾ। ਇੱਥੇ ਨਿਤ ਦਾ ਮਤਲਬ ਹਮੇਸ਼ਾ। ਇੱਕ ਹੁੰਦਾ ਅਨਿਤ ਸ਼ਬਦ, ਜੋ ਨਾਸ਼ਵਾਨ ਹੋਵੇ, ਜਿਹਨੇ ਸਦਾ ਨਾ ਰਹਿਣਾ ਹੋਵੇ ਉਹਨੂੰ ਕਹਿੰਦੇ ਅਨਿਤ। ਜਿਹਨੇ ਨਿਤ ਹੈ, ਸਦਾ ਰਹਿਣਾ, ਉਹਨੂੰ ਕਹਿੰਦੇ ਨੇ ਨਿਤ, ਭਾਵ ਸਦਾ। ਹਰ ਇਠੈ ਨਿਤ ਧਿਆਇਂਦਾ, ਪਿਆਰੇ ਪਰਮਾਤਮਾ ਨੂੰ ਮੈਂ ਰੋਜ਼ ਧਿਆਉਂਦਾ ਹਾਂ, ਹਰ ਵਕਤ ਧਿਆਉਂਦਾ ਹਾਂ। ਮਨ ਚਿੰਦੀ ਸੋ ਫਲ ਪਾਇਂਦਾ, ਇਸ ਲਈ ਜੋ ਮੇਰੇ ਮਨ 'ਚ ਇੱਛਾ ਹੈ ਉਹ ਮੈਨੂੰ ਫਲ ਮਿਲ ਜਾਂਦਾ ਹੈ। ਜੋ ਮੇਰੇ ਮਨ ਦੀ ਇੱਛਾ ਸੀ ਉਹ ਪੂਰੀ ਹੋ ਜਾਂਦੀ, ਕਿਉਂਕਿ ਨਾਮ ਜਪਦਾ ਰਹਿੰਦਾ। ਨਾਮ ਦੇ ਵਿੱਚ ਉਹੀ ਤਾਕਤ ਹੈ ਜੋ ਰੱਬ ਦੇ ਵਿੱਚ ਹੈ। ਇਹ ਚੰਗੀ ਤਰ੍ਹਾਂ ਗੱਲ ਯਾਦ ਰੱਖਣੀ ਹੈ। ਜਿੰਨੀ ਤਾਕਤ ਰੱਬ ਵਿੱਚ ਹੈ, ਉਤਨੀ ਹੀ ਉਸਦੇ ਨਾਮ ਵਿੱਚ ਹੈ। ਨਾਮ ਵਿੱਚ ਸਗੋਂ ਰੱਬ ਨਾਲੋਂ ਵੀ ਵੱਧ ਤਾਕਤ ਹੈ। ਤੁਸੀਂ ਕਹੋ ਕਮਾਲ ਹੈ। ਨਾਮ ਦੇ ਵਿੱਚ, ਪਰਮਾਤਮਾ ਦੇ ਨਾਮ ਵਿੱਚ ਪਰਮਾਤਮਾ ਨਾਲੋਂ ਵੱਧ ਤਾਕਤ ਹੈ। ਤਾਂ ਹੀ ਗੁਰੂ ਨਾਨਕ ਜੀ ਨੇ ਪੁੱਛਿਆ ਗਿਆ, ਸੱਚੇ ਪਾਤਸ਼ਾਹ ਪਰਮਾਤਮਾ ਤੋਂ ਕੋਈ ਵੱਡਾ ਹੁੰਦਾ? ਕਹਿੰਦੇ ਹਾਂ। ਬੜਾ ਹੈਰਾਨ ਹੋਇਆ ਵੀ ਪਰਮਾਤਮਾ ਤੋਂ ਵੱਡਾ ਕੌਣ ਹੈ? ਕਹਿੰਦੇ ਉਹਦਾ ਨਾਮ ਹੈ। ਨਾਮ ਦੇ ਨਾਲ ਤੁਸੀਂ ਪਰਮਾਤਮਾ ਨੂੰ ਵਸ ਕਰ ਸਕਦੇ ਹੋ, ਅਤੇ ਜਿਹੜਾ ਵਸ ਕਿਸੇ ਨੂੰ ਕਰ ਲਏ ਫਿਰ ਉਹਦੇ ਨਾਲ ਵੱਡਾ ਹੋਇਆ ਕਿ ਨਹੀਂ? ਇਸ ਲਈ ਪਰਮਾਤਮਾ ਦੇ ਨਾਮ ਵਿੱਚ ਇੰਨੀ ਤਾਕਤ ਹੈ ਕਿ ਉਨੀ ਪਰਮਾਤਮਾ 'ਚ ਵੀ ਨਹੀਂ ਹੈ ਜਿੰਨੀ ਉਹਦੇ ਨਾਮ 'ਚ ਤਾਕਤ ਹੈ। ਉਹਦਾ ਨਾਮ ਜਪ 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 ਕੇ ਤੁਸੀਂ ਉਹਨੂੰ ਆਪਣੇ ਵਸ ਵਿੱਚ ਕਰ ਲੈਂਦੇ, ਤਾਂ ਕਿਤੇ ਵਸ ਆਇਆ ਫਿਰ ਛੋੜ ਨਾ ਜਾਈ। ਜਦੋਂ ਉਹਨੂੰ ਵਸ ਜੀ ਕਰ ਲੈ, ਜਾਏਗਾ ਕਿੱਥੇ? ਜਾਏਗਾ ਕਿੱਥੇ? ਤਾਂ ਗੁਰੂ ਨੇ ਵਸ ਆਇਆ ਫਿਰ ਛੋੜ ਨਾ ਜਾਏ। ਇਹ ਰੀਤ ਭਲੀ ਭਗਵੰਤ ਹੈ, ਪਰਮਾਤਮਾ ਦੀ ਰੀਤ ਹੈ ਕਿ ਜਿਹੜਾ ਉਹਨਾਂ ਨੂੰ ਵਸ 'ਚ ਕਰ ਲੈ ਉਹਨੂੰ ਛੱਡ ਕੇ ਨਹੀਂ ਜਾਂਦਾ। ਅਤੇ ਉਹਨੂੰ ਵਸ ਕਿਵੇਂ ਕੀਤਾ ਜਾਂਦਾ? ਉਹਦਾ ਨਾਮ ਜਪ ਜਪ ਕੇ ਹੀ ਉਸ ਨੂੰ ਵਸ ਕੀਤਾ ਜਾ ਸਕਦਾ ਹੈ। ਇਸ ਲਈ ਨਾਮ ਨਾਲ ਤੁਸੀਂ ਜੋ ਚਾਹੁੰਦੇ ਹੋ ਉਹ ਪ੍ਰਾਪਤ ਕਰ ਸਕਦੇ ਹੋ।
ਦੇਖੋ, ਨਾਮ ਜਪ ਕੇ ਬੰਦੇ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਬਸ ਮਿਲ ਗਿਆ ਸਭ ਕੁਛ, ਹੋਰ ਬਾਕੀ ਕੀ ਰਹਿ ਗਿਆ। ਜਿਸ ਬੰਦੇ ਕੋਲੇ ਰਿੱਧੀਆਂ ਸਿੱਧੀਆਂ ਨੇ ਉਹਦੇ ਕੋਲੇ ਸਭ ਕੁਛ ਹੈ, ਬਸ ਬਾਕੀ ਤੇ ਕੁਛ ਰਹਿ ਹੀ ਨਹੀਂ ਗਿਆ। ਤੇ ਰਿੱਧੀਆਂ ਸਿੱਧੀਆਂ ਨਾਮ ਜਪ ਕੇ ਪ੍ਰਾਪਤ ਹੁੰਦੀਆਂ। ਤੇ ਜਦੋਂ ਰਿੱਧੀਆਂ ਸਿੱਧੀਆਂ ਆ ਗਈਆਂ, ਨਾ ਰੁਪਏ ਪੈਸੇ ਦੀ ਕਮੀ, ਨਾ ਕਿਸੇ ਚੀਜ਼ ਦੀ ਕਮੀ, ਆਦਰ ਮਾਣ ਸਤਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਤੁਸੀਂ ਕਹਿਤਾ ਉਹ ਸੱਚ ਹੋ ਜਾਏਗਾ। ਬਾਬਾ ਜੀ ਸਾਡੇ 7 ਸਾਲ ਹੋ ਗਏ ਵਿਆਹ ਨੂੰ ਜੀ, ਬੱਚਾ ਨਹੀਂ ਹੋਇਆ, ਹੁਣ ਮੰਨ ਲਓ ਮੈਨੂੰ ਵਾਕ ਸਿੱਧੀ ਪ੍ਰਾਪਤ। ਅੱਛਾ ਭਾਈ ਅਗਲੇ ਸਾਲ ਹੋ ਜਾਏਗਾ। ਹੋ ਗਿਆ, ਬੱਲੇ 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 ਹੋ ਗਈ ਕਿ ਨਹੀਂ? ਵੀ ਬਾਬਾ ਜੀ ਹੋ ਜਾਏਗਾ ਅਗਲੇ ਸਾਲ, ਹੋ ਗਿਆ। ਇਹ ਹੈ ਵਾਕ ਸਿੱਧੀ। 18 ਸਿੱਧੀਆਂ 'ਚ ਇੱਕ ਵਾਕ ਸਿੱਧੀ ਹੈ, ਜੋ ਬੋਲਦਾ ਸੱਚ ਹੋ ਜਾਏਗਾ। ਨਾਮ ਜਪ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਬਸ ਬਾਕੀ ਕੁਛ ਰਹਿ ਨਹੀਂ ਗਿਆ। ਰੱਬ ਨੇ ਤਾਂ ਮਿਲ ਹੀ ਜਾਣਾ। ਸੋ ਨਾਮ 'ਚ ਤਾਕਤ ਹੀ ਇੰਨੀ ਹੈ। ਇਸ ਲਈ ਭਾਈ ਨਾਮ ਜਪਿਆ ਕਰੋ ਜਿੰਨਾ ਵੀ ਸਮਾਂ ਮਿਲੇ। ਉੜਦੇ ਬੈਠਦੇ ਤੁਰਦੇ ਫਿਰਦੇ ਸਮਾਂ ਵਿਅਰਥ ਨਹੀਂ ਗਾਉਣਾ। ਇਹ ਬਾਤਾਂ ਚੀਤਾਂ ਦੇ ਵਿੱਚ ਗੱਪਾਂ ਗੁੱਪਾਂ ਮਾਰ ਕੇ ਪੁੱਠੇ ਕੰਮ ਕਰਕੇ ਉਹ ਸਮਾਂ ਨਹੀਂ ਗਾਉਣਾ ਹੈ। ਸਮਾਂ ਐ ਸਮਝਣਾ ਮੈਨੂੰ ਥੋੜ੍ਹੇ ਜਿਹੇ ਸਾਲ ਮਿਲੇ ਨੇ, ਮੈਂ ਇਹਨਾਂ ਸਾਲਾਂ ਦੇ ਵਿੱਚ ਹੀ ਪ੍ਰਾਪਤੀ ਕਰਨੀ। ਇਹ ਨਹੀਂ ਸਮਝਣਾ ਮੇਰੇ ਜੇ 10 ਸਾਲ ਉਮਰ ਦੀ ਪਤਰ ਮੈਂ 60 ਸਾਲ ਜਿਉਣਾ, ਪਰ ਮੈਂ 70 ਸਾਲ ਜਿਉਣਾ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣ। ਅਸ ਤਾਂ ਦਮ ਆ ਗਿਆ, ਸਾਹ ਆ ਗਿਆ, ਬਸ ਜਿਉਂਦੇ ਹਾਂ। ਸਾਹ ਬਾਹਰ ਨਿਕਲ ਕੇ ਮੁੜ ਕੇ ਅੰਦਰ ਹੀ ਨਹੀਂ ਆ ਗਏ। ਬਸ ਸਾਡਾ ਸਾਹ 7 ਉਂਗਲਾਂ ਬਾਹਰ ਨਿਕਲਦਾ ਹੈ, 4 ਇਹ ਤੇ 3, ਇੰਨੀ ਦੂਰ ਤੱਕ ਸਾਹ ਜਾਂਦਾ ਮੂੰਹ ਤੋਂ। ਜੇ ਤਾਂ ਮੁੜ ਕੇ ਆ ਗਿਆ ਤੇ ਜਿਉਂਦੇ, ਤੇ ਜੇ ਨਹੀਂ ਮੁੜ ਕੇ ਆ ਤੇ ਗਏ। ਹਮ ਆਦਮੀ ਹਾਂ ਇੱਕ ਦਮੀ, ਦਮ ਸਵਾਸ ਨੂੰ ਕਹਿੰਦੇ ਨੇ। ਇਸ ਲਈ ਕੋਈ ਪਤਾ ਨਹੀਂ ਕਿੰਨਾ ਸਮਾਂ ਕਿਸੇ ਨੇ ਜਿਉਣਾ ਹੈ। ਸੋ ਬਹੁਤੇ ਲੰਬੇ ਸਮੇਂ ਦੀ ਆਸ ਨਹੀਂ ਲਾਈ ਬੈਠਣਾ। ਹੁਣ ਦੇਖੋ ਹਿੰਦੂ ਧਰਮ ਅਨੁਸਾਰ ਜਿਹੜਾ ਰਿਸ਼ੀ ਹੋਇਆ ਮਾਰਕੰਡੇ, ਅਤੇ ਜਿਹੜਾ ਕਦੇ ਉੱਥੇ ਮਾਰਕੰਡਾ ਦਰਿਆ ਤੋਂ ਲੰਘੋ, ਉੱਥੇ ਮੰਦਰ ਵੀ ਬਣਿਆ ਹੋਇਆ। ਉੱਥੇ ਬੈਠ ਕੇ ਰਿਸ਼ੀ ਤਪੱਸਿਆ ਕਰਦਾ ਸੀ। ਮਾਰਕੰਡੇ ਤਾਂ ਜਿਵੇਂ ਕਿ ਜੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਨਹੀਂ, ਬਈ ਬਾਦਲ ਪਿੰਡ ਦਾ ਹੋਣ ਕਰਕੇ ਕਹਿੰਦੇ ਨੇ ਬਾਦਲ, ਨਾਮ ਨਹੀਂ ਹੈ। ਮਾਰਕੰਡੇ ਇਸ ਲਈ ਮਾਰਕੰਡੇ ਦਰਿਆ ਦੇ ਕੰਢੇ 'ਤੇ ਬੈਠ ਕੇ ਤਪੱਸਿਆ ਕਰਦਾ ਹੁੰਦਾ ਸੀ। ਉਹਨੇ ਕੋਈ ਝੌਂਪੜੀ ਵੀ ਨਹੀਂ ਸੀ ਪਾਈ, ਆਪਣੇ ਸਿਰ ਦੇ ਉੱਤੇ ਥੋੜ੍ਹੇ ਤਿਣਕੇ ਰੱਖਿਆ ਕਰਦਾ ਸੀ। ਰਿਸ਼ੀ ਜੀ ਕੋਈ ਝੌਂਪੜੀ ਪਾ ਲਓ, ਮੀਂਹ ਹਨੇਰੀ 'ਚ ਵਿਚਾਰ ਕਦੇ ਭਾਈ ਕੱਲ੍ਹ ਨੂੰ ਤਾਂ ਮਾਰੀ ਜਾਣਾ, ਝੌਂਪੜੀ ਪਾ ਕੇ ਕੀ ਕਰਨੀ। 10,000 ਸਾਲ ਜਿਵੇਂ, ਪਰ ਇਹ ਸਮਝ ਮੈਂ ਤਾਂ ਕੱਲ੍ਹ ਨੂੰ ਮਰ ਜਾਣਾ, ਕੀ ਲੋੜ ਹੈ ਨਾ ਚੀਜ਼ ਦੀ। ਬਸ ਨਾ ਕੁਛ ਕੋਲ ਹੈ ਅਤੇ ਨਾ ਚਿੰਤਾ ਵੀ ਮਰਨ ਤੋਂ ਬਾਅਦ ਇਹਨਾਂ ਦਾ ਕੀ ਬਣੂਗਾ। ਢੱਗਾ ਨਾ ਵੱਛੀ, ਨੀਂਦ ਆਵੇ ਅੱਛੀ। ਇੱਥੇ ਬਲਦ ਕਹਿੰਦੇ ਨੇ, ਪਾਕਿਸਤਾਨ ਦੇ ਬਲਦ ਨੂੰ ਕੀ ਕਹਿੰਦੇ ਸੀ? ਢੱਗਾ। ਢੱਗਾ ਨਾ ਵੱਛੀ, ਨੀਂਦ ਆਵੇ ਅੱਛੀ। ਜਿਵੇਂ ਸਾਡੇ ਪਿੰਡ 'ਚ ਮਰਾਸੀ ਸੀ, ਉਹਦੀ ਘਰ ਵਾਲੀ ਸੀ, ਉਹ 2 ਹੀ ਜੀ ਸਨ। ਗਰੀਬ ਤਬਕਾ ਹੁੰਦਾ ਹੈ, ਇੱਕ ਕਮਰਾ ਹੈ, ਉਹਨੂੰ ਦਰਵਾਜ਼ਾ ਕੋਈ ਨਹੀਂ ਲੱਗਾ, ਚੰਨ ਚਾਨਣੀ ਰਾਤ ਹੈ, ਉਹ ਮੀਆਂ ਬੀਬੀ ਪਏ ਨੇ, ਚਾਨਣੀ ਅੰਦਰ ਹੈ, ਇੱਕ ਚੋਰ ਅੰਦਰ ਆ ਵੜਿਆ। ਇਹ ਮਰਾਸੀ ਮਖੌਲੀਏ ਬੜੇ ਹੁੰਦੇ ਨੇ। ਜੋ ਚੋਰ ਅੰਦਰ ਆ ਕੇ ਲੱਭੇ ਕੁਛ ਹੈ, ਮਰਾਸੀ ਬੈਠਾ ਹੋ ਗਿਆ, ਕਹਿੰਦੇ ਜਜਮਾਨ ਸਾਨੂੰ ਤਾਂ ਇਸ ਘਰ 'ਚੋਂ ਦਿਨੇ ਕੁਛ ਨਹੀਂ ਲੱਭਾ, ਅਤੇ ਤੁਸੀਂ ਰਾਤ ਨੂੰ ਕੀ ਲੱਭਣ ਆਏ ਹੋ? ਉਹ ਤਾਂ ਲਿਜਾਏਗਾ ਕੋਈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਬਸ ਇਹ ਸਮਝਣੇ ਪਤਾ ਨਹੀਂ ਕਿੰਨੇ ਇੱਕ ਵਿਸ਼ਵਾਸ ਬਾਕੀ ਰਹੇ, ਜੇ ਥੋੜ੍ਹੇ ਜਿਹੇ ਰਹਿ ਗਏ ਨੇ, ਇਹਨਾਂ ਦਾ ਵੱਧ ਤੋਂ ਵੱਧ ਸਦਉਪਯੋਗ ਕਰਨਾ, ਬਸ ਹੋਰ ਕੀ ਹੈ। ਜਿੰਨਾ ਸਮਾਂ ਉਹਦੀ ਸਹੀ ਵਰਤੋਂ ਕਰਨੀ, ਇਹੀ ਸਿਆਣਪ ਹੁੰਦੀ। ਭਾਵੇਂ ਅਸੀਂ 20 ਸਾਲ 30 ਸਾਲ ਹੋਰ ਜਿਉਂ ਲਈਏ, ਉਹ ਗੱਲ ਵੱਖਰੀ ਹੈ, ਪਰ ਇਹ ਨਹੀਂ ਸਮਝਣਾ ਕਿ ਮੈਂ 30 ਸਾਲ ਜੇ ਹੋਰ ਜਿਵਾਂਗਾ। ਇਹ ਨਹੀਂ ਸਮਝਣਾ। ਇਹ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਦੋਂ ਜਿਹੜਾ ਹੈ ਅਸੀਂ ਸਰੀਰ ਤਿਆਗ ਜਿਹੜਾ ਕਿਸੇ ਨੇ। ਹਾਂਜੀ। ਸੋ ਗੁਰੂ ਮਹਾਰਾਜ ਕਹਿੰਦੇ ਹਰ ਇਠੈ ਨਿਤ ਧਿਆਇਂਦਾ, ਮੈਂ ਪਿਆਰੇ ਪਰਮਾਤਮਾ ਨੂੰ ਹਮੇਸ਼ਾ ਧਿਆਉਂਦਾ ਹਾਂ। ਮਨ ਚਿੰਦੀ ਸੋ ਫਲ ਪਾਇੰਦਾ।
ਜਿਹੜਾ ਫਲ, ਜਿਹੜੀ ਇੱਛਾ ਮੇਰੇ ਮਨ 'ਚ ਹੈ ਉਹ ਮੈਨੂੰ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਨਾਮ ਜਪਣਾ ਇੱਛਾ, ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਰ। ਜਾਂ ਤੇ ਇੱਛਾ ਖਤਮ ਹੋ ਜਾਂਦੀਆਂ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੇ। ਜਾਂ ਤੇ ਇੱਛਾਵਾਂ ਨਾਮ ਜਪ ਜਪ ਕੇ ਖਤਮ ਹੋ ਜਾਂਦੀਆਂ ਅਤੇ ਜਾਂ ਫਿਰ ਪੂਰੀਆਂ ਹੋ ਜਾਂਦੀਆਂ। ਦੇਖੋ ਇੱਛਾ ਪੂਰੀ ਹੋ ਗਈ ਤਾਂ ਵੀ ਅਸੀਂ ਸੁਖੀ, ਅਤੇ ਇੱਛਾ ਹੈ ਹੀ ਨਹੀਂ ਤਾਂ ਵੀ ਸੁਖੀ। ਇਹ ਇੱਛਾਵਾਂ ਹੀ ਮਨੁੱਖ ਨੂੰ ਦੁਖੀ ਕਰਦੀਆਂ ਰਹਿੰਦੀਆਂ, ਅਤੇ ਇੱਛਾ ਤੋਂ ਰਹਿਤ ਕੋਈ ਵਿਰਲਾ ਟਾਵਾਂ ਹੈ। 99.99% ਲੋਕ ਦੇ ਵਿੱਚ ਤਾਂ ਕੋਈ ਨਾ ਕੋਈ ਇੱਛਾ ਤਾਂ ਹੁੰਦੀ ਹੈ। ਉਸ ਇੱਛਾ ਕਾਰਨ ਫਿਰ ਉਹਨੂੰ ਚਿੰਤਾ ਲੱਗੀ ਰਹਿੰਦੀ ਹੈ। ਕਹਿੰਦੇ ਮੈਂ ਪਰਮਾਤਮਾ ਨੂੰ ਧਿਆਉਂਦਾ ਰਹਿੰਦਾ ਹਾਂ, ਜੋ ਮੇਰੇ ਮਨ 'ਚ ਚਿੰਤਿਆ ਹੈ, ਚਾਹਿਆ ਹੈ, ਉਹ ਮੈਨੂੰ ਮਿਲ ਜਾਂਦਾ ਹੈ। ਸਭੇ ਕਾਜ ਸਵਾਰਨ ਲਾਹੀਆਂ ਮਨ ਕੀ ਭੁੱਖ ਜੀਓ। ਪਰਮਾਤਮਾ ਦੇ ਨਾਮ ਨੇ ਮੇਰੇ ਸਾਰੇ ਕਾਰਜ ਸਵਾਰਤੇ, ਮੇਰੇ ਮਨ ਦੀ ਭੁੱਖ, ਮਨ ਦੀ ਇੱਛਾ ਜਿਹੜੀ ਸੀ ਉਹ ਖਤਮ ਹੋ ਗਈ। ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਵਾਵਨ ਬਿਹਾਰੀ ਬਿੰਦੀ। ਗੁਸਾਈ ਸੇਵੀ ਸਚੜਾ, ਨੌ ਨਿਧ ਨਾਮ ਨਿਧਾਨ ਹਰ। ਮੈਂ ਪੱਲੇ ਬੱਧਾ ਛਿਕ ਜੀਓ। ਮੈਂ ਛੱਡਿਆ ਸਭੋ ਧੰਦੜਾ, ਕਹਿੰਦੇ ਮੈਂ ਸਾਰੇ ਜਿਹੜੇ ਝੰਜਟ ਨੇ ਇਹ ਛੱਡ ਦਿੱਤੇ ਨੇ। ਧੰਦਾ ਕਿਹਦੇ? ਫਜ਼ੂਲ ਦੇ ਕੰਮ। ਇੱਕ ਧੰਦਾ ਹੁੰਦਾ ਵੀ ਫਲਾਣਾ ਬੰਦਾ ਜੀ ਆਹ ਧੰਦਾ ਕਰਦਾ, ਆਹ ਕੰਮ ਕਰਦਾ। ਇੱਕ ਧੰਦਾ ਹੁੰਦਾ ਵਿਅਰਥ ਦੇ ਕੰਮਾਂ 'ਚ ਬੰਦਾ ਲੱਗਾ ਹੁੰਦਾ, ਇਸ ਲਈ ਫਿਰ ਉਹਨੂੰ ਕੋਈ ਨਾ ਕੋਈ ਮੁਸੀਬਤ ਖੜੀ ਰਹਿੰਦੀ ਹੈ। ਮੈਂ ਛੱਡਿਆ ਸਭੋ ਧੰਦੜਾ, ਮੈਂ ਸਾਰੇ ਵਿਅਰਥ ਕੰਮ ਛੱਡ ਦਿੱਤੇ ਹਨ। ਗੁਸਾਈ ਸੇਵੀ ਸਚੜਾ, ਮੈਂ ਸੱਚੇ ਪਰਮਾਤਮਾ ਦਾ ਸਿਮਰਨ ਕਰਦਾ। ਸੇਵਾ ਵੀ ਹੁੰਦੀ ਹੈ, ਸੇਵ ਸਿਮਰਨ ਵੀ ਹੁੰਦਾ। ਮੈਂ ਸੱਚੇ ਪਰਮਾਤਮਾ ਦਾ ਸਿਮਰਨ ਕਰਦਾ ਹਾਂ। ਨੌ ਨਿਧ ਨਾਮ ਨਿਧਾਨ ਹਰ। ਪਰਮਾਤਮਾ ਕੋਲੇ 9 ਨਿਧੀਆਂ, ਪਰਮਾਤਮਾ ਜਿਹੜਾ ਨਾਮ ਹੈ ਨਾ, ਇਹ 9 ਨਿਧੀਆਂ ਦਾ ਖਜ਼ਾਨਾ ਹੈ, ਸਾਰੇ ਸੁੱਖਾਂ ਦਾ ਖਜ਼ਾਨਾ। 9 ਨਿਧੀਆਂ ਦਾ ਖਜ਼ਾਨਾ, ਸਾਰੇ ਸੁੱਖਾਂ ਦਾ। ਪਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਮੈਂ ਪੱਲੇ ਬੱਧਾ ਛਿਕ ਜੀ, ਛਿਕ ਹੁੰਦਾ ਘੁੱਟ ਕੇ, ਮੈਂ ਇਸ ਨਾਮ ਨੂੰ ਘੁੱਟ ਕੇ ਆਪਣੇ ਪੱਲੇ ਨਾਲ ਬੰਨ੍ਹ ਲਿਆ ਹੈ। ਹਾਲੇ ਕਹਿੰਦੇ ਘੁੱਟ ਕੇ ਗੱਢ ਦੇ ਦੀ ਭਾਈ, ਡੋਲ ਡਾਲ ਨਾ ਜਾਏ ਰਾਜ ਖੁੱਲ੍ਹ ਨਾ ਜਾਏ। ਹਾਂ, ਕਹਿੰਦੇ ਮੈਨੂੰ ਪਤਾ ਲੱਗਿਆ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਤਾਂ ਹਰ ਪ੍ਰਕਾਰ ਦਾ ਖਜ਼ਾਨਾ ਹੈ, ਇਸ ਲਈ ਮੈਂ ਇਹਨੂੰ ਘੁੱਟ ਕੇ ਪੱਲੇ ਬੰਨ੍ਹ ਲਿਆ ਹੈ। ਮੈਂ ਸੁਖੀ ਖੱਖੇ ਨੂੰ ਬਿਹਾਰੀ ਬਿੰਦੀ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ। ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਓ। ਮੈਂ ਸੁਖੀ ਹੂੰ ਸੁਖ ਪਾਇਆ। ਸੁਖੀ ਹੂੰ ਸੁਖ ਦਾ ਮਤਲਬ ਹੈ ਸੁੱਖਾਂ ਵਿੱਚੋਂ ਸਭ ਤੋਂ ਵਧੀਆ ਸੁੱਖ। ਮੈਂ ਸੁਖੀ ਹੂੰ ਸੁਖ ਪਾਇਆ, ਮੈਂ ਸੁੱਖਾਂ ਵਿੱਚੋਂ ਸ੍ਰੇਸ਼ਟ ਸੁੱਖ ਪਾ ਲਿਆ ਹੈ। ਗੁਰ ਅੰਤਰ ਸ਼ਬਦ ਵਸਾਇਆ। ਕਿਵੇਂ ਪਾਇਆ ਬਈ? ਗੁਰੂ ਨੇ ਮੇਰੇ ਹਿਰਦੇ ਵਿੱਚ ਨਾਮ ਵਸਾ ਦਿੱਤਾ ਹੈ। ਬਸ ਜਦੋਂ ਕਿਸੇ ਦੀ ਯਾਦ ਮਨ 'ਚ ਵਸ ਜਾਵੇ, ਉਹ ਆਪੇ ਹੀ ਯਾਦ ਆਈ ਜਾਂਦਾ ਹੁੰਦਾ। ਕਿਸੇ ਦਾ ਲਵ ਹੈ, ਵਾਕਈ ਪਿਆਰ ਹੈ, ਉਹਨੂੰ ਆਪਣਾ ਪਿਆਰਾ ਜਾਂ ਆਪਣੀ ਪ੍ਰੇਮਿਕਾ ਬਿਨਾਂ ਯਾਦ ਕੀਤੇ ਵੀ ਯਾਦ ਆਈਓ ਹੀ ਜਾਏਗਾ ਜਾਂ ਆਈ ਜਾਵੇਗੀ। ਯਾਦ ਨਹੀਂ ਕਰਨ ਦੀ ਲੋੜ ਪੈਂਦੀ, ਪਿਆਰਾ ਯਾਦ ਆਈਓ ਹੀ ਜਾਂਦਾ ਹੈ। ਜਦੋਂ ਇਹ ਅਵਸਥਾ ਆ ਜਾਏ ਕਿ ਰੱਬ ਯਾਦ ਆਈਓ ਹੀ ਜਾਂਦਾ ਹੈ, ਇਹਦਾ ਮਤਲਬ ਉਹਦੀ ਯਾਦ ਹਿਰਦੇ 'ਚ ਵਸ ਗਈ। ਸਾਡੇ ਅਜੇ ਵਸੀ ਨਹੀਂ, ਅਸੀਂ ਲੱਗੇ ਹੋਏ ਹਾਂ ਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਇਸੇ ਲਈ ਕਿ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਦੀ ਯਾਦ ਸਾਡੇ ਹਿਰਦੇ 'ਚ ਵਸ ਜਾਏ। ਜਦੋਂ ਪਰਮਾਤਮਾ ਦੀ ਯਾਦ ਹਿਰਦੇ 'ਚ ਵਸ ਗਈ, ਫਿਰ ਪਰਮਾਤਮਾ ਆਪਣੇ ਆਪ ਹੀ ਯਾਦ ਆਈ ਜਾਵੇਗਾ। ਜਦੋਂ ਪਰਮਾਤਮਾ ਆਪਣੇ ਆਪ ਯਾਦ ਆਈ ਜਾਵੇ, ਉਹਨੂੰ ਕਹਿੰਦੇ ਨੇ ਅਜਪਾ ਜਾਪ। ਜਪਣਾ ਨਹੀਂ ਪੈਂਦਾ। ਫਿਰ ਜਿਹੜੇ ਜਾਪ ਨੇ, ਆਪਾਂ ਜਪਜੀ ਸਾਹਿਬ ਪੜ੍ਹੇ ਤੇ ਜਾਪ ਕਰ ਰਹੇ ਨਾ, ਇਹ ਜਪ ਰਹੇ ਇਸ ਨੂੰ, ਫਿਰ ਜਪਣ ਦੀ ਲੋੜ ਨਹੀਂ ਪੈਂਦੀ।
ਉਹ ਪਰਮਾਤਮਾ ਯਾਦ ਆਈਓ ਹੀ ਜਾਂਦਾ ਹੈ। ਉੱਥੇ ਜਾ ਕੇ ਕਹਿੰਦੇ ਜੀ ਇਹ ਅਜਪਾ ਜਾਪ ਹੈ। ਮੈਂ ਸੁੱਖਾਂ ਦੇ ਵਿੱਚੋਂ ਸ੍ਰੇਸ਼ਟ ਸੁੱਖ ਪਾ ਲਿਆ ਹੈ। ਗੁਰੂ ਨੇ ਮੇਰੇ ਹਿਰਦੇ 'ਚ ਸ਼ਬਦ ਵਸਾ ਦਿੱਤਾ, ਨਾਮ ਵਸਾ ਦਿੱਤਾ ਹੈ। ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜਿਉ। ਗੁਰੂ ਨੇ ਮੇਰੇ ਸਿਰ 'ਤੇ ਹੱਥ ਧਰਿਆ ਅਤੇ ਮੈਨੂੰ ਪੁਰਖ ਪਰਮਾਤਮਾ ਵਿਖਾ ਦਿੱਤਾ। ਗੁਰੂ ਨੇ ਮੇਰੇ ਸਿਰ, ਦੇਖੋ ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਗੁਰੂ ਨੇ ਸਾਨੂੰ ਦਿੱਤਾ ਗੁਰਮੰਤਰ ਕਿ ਭਾਈ ਉੱਠਦੇ ਬੈਠਦੇ ਤੁਰਦੇ ਫਿਰਦੇ ਨਾਮ ਜਪੀ ਜਾਓ। ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ ਤਾਂ ਗੁਰੂ ਮਹਾਰਾਜ ਖੁਸ਼ ਹੋ ਜਾਣਗੇ ਬਈ ਜੋ ਮੈਨੂੰ ਕੰਮ ਕਿਹਾ ਸੀ ਸੱਚੇ ਦਿਲੋਂ ਦਿਨ ਰਾਤ ਲੱਗਾ ਹੋਇਆ। ਜਦੋਂ ਫਿਰ ਉਹਨੇ ਖੁਸ਼ ਹੋ ਕੇ ਸਾਡੇ ਸਿਰ 'ਤੇ ਹੱਥ ਧਰਤਾ, ਕਿਰਪਾ ਕਰਤੀ, ਪਰਮਾਤਮਾ ਦਰਸ਼ਨ ਦੀਦਾਰੇ ਹੋ ਜਾਂਦੇ। ਬਸ ਤੁਹਾਡਾ ਬੱਚਾ ਤੁਹਾਡੇ ਆਖੇ ਲੱਗਦਾ, ਕੁਦਰਤੀ ਗੱਲ, ਤੁਹਾਡੀ ਉਸ 'ਤੇ ਖੁਸ਼ੀ ਹੋਵੇਗੀ। ਵਿਦਿਆਰਥੀ ਟੀਚਰ ਦੇ ਆਖੇ ਲੱਗਦਾ ਹੈ, ਟੀਚਰ ਦੀ ਉਸ 'ਤੇ ਖੁਸ਼ੀ ਹੋਵੇਗੀ। ਜਿੰਨਾ ਜ਼ਿਆਦਾ ਉਹ ਪੜ੍ਹਾਈ ਕਰਦਾ ਉਨੀ ਟੀਚਰ ਮਾਂ ਪਿਓ ਦੀ ਉਸ 'ਤੇ ਵੱਧ ਖੁਸ਼ੀ ਹੁੰਦੀ ਵੀ ਬਹੁਤ ਮਿਹਨਤੀ ਹੈ, ਲੱਗਾ ਰਹਿੰਦਾ ਹੈ। ਕਈ ਬੱਚੇ ਨੇ ਉਹਨਾਂ ਨੂੰ ਘੂਰਨਾ ਪੈਂਦਾ, ਕੁੱਟਣਾ ਪੈਂਦਾ। ਕਈ ਬੱਚੇ ਮਾਵਾਂ ਵਿਚਾਰੀਆਂ ਪੜ੍ਹਾਉਂਦੀਆਂ ਨੇ, ਕੋਈ ਮਿਲਣ ਆ ਗਿਆ 2 ਮਿੰਟ ਵਾਲੀ ਬਾਹਰ ਗਈ ਨਾ, ਬੱਚਾ ਪੜ੍ਹਨ ਅੱਗੇ ਪੜ੍ਹਦੇ ਨਹੀਂ ਬੈਠੇ ਵੀ ਕਦੋਂ ਮਾਂ ਮੁੜ ਕੇ ਆਵੇਗੀ ਫਿਰ ਮੈਂ ਪੜ੍ਹੂੰਗਾ। ਵੀ ਤੂੰ ਆਪ ਪੜ੍ਹ ਲੈ 2 ਲਾਈਨਾਂ ਕੋਈ। ਅਸੀਂ ਸੈਲਫ ਸਟੱਡੀ ਦੀ ਆਦਤ ਹੀ ਨਹੀਂ ਬੱਚਿਆਂ 'ਚ ਪਾਉਂਦੇ। ਮੈਂ 10ਵੀਂ ਤੱਕ ਸਕੂਲ 'ਚ ਪੜ੍ਹਿਆ, ਚਲੋ 2 ਸਾਲ JBT ਕੀਤੀ, ਨਾਲ ਮੈਂ ਗਿਆਨੀ ਕਰ ਲਿਆ, ਟੀਚਰ ਲੱਗ ਗਿਆ। ਮੇਰੀ ਇੱਛਾ ਸੀ ਹੁਣ ਅੱਗੇ ਪੜ੍ਹਨ ਦੀ। ਜੇ ਮੈਂ ਅੱਗੇ ਪੜ੍ਹਨਾ ਜਾਂ ਤਾਂ ਮੈਂ ਪ੍ਰਾਈਵੇਟਲੀ ਪੜ੍ਹਾਂ ਅਤੇ ਜਾਂ ਫਿਰ ਮੈਂ ਨੌਕਰੀ ਛੱਡ ਕੇ ਕਾਲਜ ਦਾਖਲ ਹੋਵਾਂ। ਹੁਣ ਪ੍ਰਾਈਵੇਟਲੀ ਪੜ੍ਹਨਾ ਸੀ। ਉਹ ਐਸਾ ਪਿੰਡ ਸੀ ਜਿੱਥੇ ਟਿਊਸ਼ਨ ਪੜ੍ਹਾਉਣ ਵਾਲਾ ਵੀ ਕੋਈ ਨਹੀਂ ਸੀ। ਠੀਕ ਆ, ਮੈਂ ਲੱਗਾ ਰਿਹਾ। ਕੁਦਰਤੀ ਮੇਰੀ ਇੰਗਲਿਸ਼ ਅੱਛੀ ਸੀ। ਭਰਾ ਨੇ ਮੈਨੂੰ 7ਵੀਂ 'ਚ, ਮੈਂ ਬ੍ਰਦਰ ਕੋਲ ਪੜ੍ਹਦਾ ਸੀ, ਉਹਨਾਂ 7ਵੀਂ ਦੇ ਵਿੱਚ ਮੈਨੂੰ ਇੱਕ ਗੱਲ ਕਹੀ, ਕਹਿੰਦਾ ਦੇਖ ਕਾਕਾ ਮੇਰੀ ਇੱਕ ਗੱਲ ਸੁਣ ਲੈ, 10ਵੀਂ ਤੱਕ ਤੇ ਤੈਨੂੰ 5 ਸਬਜੈਕਟ ਪੜ੍ਹਨੇ ਪੈਣੇ। ਉਦੋਂ 5 ਹੁੰਦੇ ਸੀ, ਹੁਣ 6 ਹੋ ਗਏ ਨੇ। 10ਵੀਂ ਤੱਕ ਤਾਂ ਤੈਨੂੰ 5 ਸਬਜੈਕਟ ਜ਼ਰੂਰ ਪੜ੍ਹਨੇ ਪੈਣੇ ਨੇ। 10ਵੀਂ ਤੋਂ ਬਾਅਦ ਇੱਕ ਅੰਗਰੇਜ਼ੀ ਜ਼ਰੂਰੀ ਹੈ, ਬਾਕੀ ਜਿਹੜੇ ਮਰਜ਼ੀ ਸਬਜੈਕਟ ਛੱਡ ਦੇ ਤੇ ਰੱਖ ਲੈ। ਮੰਨ ਲਓ ਤੈਨੂੰ ਹਿਸਾਬ ਨਹੀਂ ਆਉਂਦਾ, 10ਵੀਂ ਤੋਂ ਬਾਅਦ ਤੂੰ ਹਿਸਾਬ ਛੱਡ ਸਕਦਾ। ਤੈਨੂੰ ਸਾਇੰਸ ਨਹੀਂ ਆਉਂਦੀ, ਤੂੰ ਸਾਇੰਸ ਛੱਡ ਸਕਦਾ, ਪਰ ਤੂੰ ਅੰਗਰੇਜ਼ੀ ਨਹੀਂ ਛੱਡ ਸਕਦਾ। ਅੰਗਰੇਜ਼ੀ ਤਾਂ ਰਹੂਗੀ, ਅੰਗਰੇਜ਼ੀ ਨਹੀਂ ਤੂੰ ਛੱਡ ਸਕਦਾ। ਇਸ ਲਈ ਆਪਣੀ ਅੰਗਰੇਜ਼ੀ ਵਧੀਆ ਕਰ ਲੈ। ਇਸ ਲਈ ਅਸੀਂ ਸੈਰ ਕਰਦੇ ਜਾਣਾ, ਕਦੇ ਉਹਨੂੰ ਮੈਨੂੰ ਟੈਂਸਰ ਆਈ ਜਾਣੇ, ਕਦੇ ਮੈਂ ਟਰਾਂਸਲੇਸ਼ਨ ਸੁਣੀ ਜਾਣੀ, ਇਸ ਤਰ੍ਹਾਂ ਕਰਦੇ ਸੀ। ਉਹਨਾਂ ਸੈਰ ਕਰਦੇ ਅਸੀਂ ਘੰਟਾ ਰੋਜ਼ ਸੈਰ ਕਰਨੀ ਦੋਨਾਂ ਭਰਾਵਾਂ ਨੇ। ਹੁਣ ਮੇਰੇ ਤੋਂ ਅੰਗਰੇਜ਼ੀ ਜਿਹੜੀ ਹੈ ਸੁਣਦੇ ਰਹਿਣਾ, ਸੁਣਾਈ ਜਾਣਾ, ਪੁੱਛੀ ਜਾਣਾ, ਇਸ ਤਰ੍ਹਾਂ। ਔਰ ਇਸ ਤਰ੍ਹਾਂ ਫਿਰ ਉਹਨਾਂ ਮੇਰੀ ਜਿਹੜੀ ਨੀਂਹ ਹੈ ਅੰਗਰੇਜ਼ੀ ਦੀ ਉਹ ਸਟਰੋਂਗ ਕਰਤੀ। ਜਦੋਂ ਮੈਂ 11ਵੀਂ ਕਰ ਲਈ, 11ਵੀਂ ਨੂੰ ਪ੍ਰੈਪ ਕਿਹਾ ਕਰਦੇ ਸਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਗਜ਼ਾਮ ਲਿਆ ਕਰਦੀ ਸੀ ਉਸਦਾ। ਜਦੋਂ ਮੈਂ ਪ੍ਰੈਪ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ, ਮੇਰਾ ਹੌਸਲਾ ਵੱਧ ਗਿਆ ਵੀ ਜੈਮਲ ਸਿਆਂ ਜੇ ਤੂੰ 11ਵੀਂ ਪ੍ਰਾਈਵੇਟਲੀ ਕਰ ਸਕਦਾ, ਫਿਰ 12ਵੀਂ ਵੀ ਕਰ ਸਕਦਾ। ਫਿਰ 12ਵੀਂ ਕਰ ਗਿਆ। ਮੈਂ ਜਦੋਂ 12ਵੀਂ ਕਰ ਸਕਦਾ ਤੂੰ ਫਿਰ 13ਵੀਂ ਵੀ ਕਰ ਸਕਦਾ। ਮੈਂ 13ਵੀਂ ਕਰ ਗਿਆ। ਮੈਂ ਜਦੋਂ ਤੂੰ 13ਵੀਂ ਕਰ ਸਕਦਾ ਫਿਰ ਤੂੰ 14ਵੀਂ ਵੀ ਕਰ ਸਕਦਾ। ਫਿਰ ਮੈਂ ਹੌਲੀ ਹੌਲੀ MA ਕਰ ਗਿਆ। ਮੈਂ ਜੇ ਤੂੰ 1 MA ਕਰਦੇ ਫਿਰ ਦੂਜੀ ਵੀ ਕਰ ਸਕਦਾ। ਮੈਂ ਦੂਜੀ ਵੀ ਕਰ ਗਿਆ। ਮੈਂ ਜੇ ਤੂੰ 2 MA ਕਰ ਤੀਜੀ ਵੀ ਕਰ ਸਕਦਾ। ਮੈਂ ਤੀਜੀ ਵੀ ਕਰ ਗਿਆ। ਇਹੀ ਲੱਗਾ ਰਿਹਾ। ਕਈ ਬੱਚੇ +2 ਤੋਂ ਬਾਅਦ ਹਟ ਜਾਂਦੇ, ਮੈਂ ਅੱਗੇ ਨਹੀਂ ਪੜ੍ਹਿਆ ਤੂੰ। ਮੈਂ ਕੀ ਤੂੰ +2 ਨਕਲ ਮਾਰ ਕੇ ਪਾਸ ਕੀਤੀ ਹੈ? ਸੱਚੋ ਸੱਚ ਦੱਸ। ਜੇ ਤਾਂ ਨਕਲ ਮਾਰ ਕੇ ਪਾਸ ਕੀਤੀ ਫਿਰ ਤਾਂ ਤੇਰੇ ਅੱਗੇ ਪੜ੍ਹਾਈ ਕਰ ਚਾਹੇ ਨਾ ਕਰ, ਹਰ ਵਾਰੀ ਨਕਲ ਨਹੀਂ ਵੱਜਣੀ। ਜੇ ਤੂੰ ਆਪਣੀ ਮਿਹਨਤ ਨਾਲ ਪਾਸ ਹੋਏ ਕਾਕਾ, ਅੱਗੇ ਪੜ੍ਹ ਲੈ। ਪੜ੍ਹਾਈ ਹੋਈ ਹੁੰਦੀ ਹੈ, ਪੜ੍ਹਾਈ ਹੁੰਦੀ ਹੈ, ਉਹਦਾ ਕੋਈ ਮੁਕਾਬਲਾ ਨਹੀਂ। ਬਾਹਰ ਵੀ ਜਾਣਾ ਤੁਸੀਂ ਜੇ ਚੰਗੀ ਤਰ੍ਹਾਂ ਪੜ੍ਹ ਲਿਖ ਕੇ ਜਾਓਗੇ ਤਾਂ ਕਿਸੇ ਦਫ਼ਤਰ ਦੇ ਵਿੱਚ ਕਿਤੇ ਕਿਸੇ ਕੋਈ ਚਾਹੀਦਾ ਕੰਮ ਮਿਲ ਜਾਏਗਾ। ਜੇ ਭਾਈ ਤੁਸੀਂ +2 ਤੋਂ ਬਾਅਦ ਗਏ ਫਿਰ ਲੇਬਰ ਹੀ ਕਰਨੀ ਹੈ। ਸੋ ਜੇ ਤੁਸੀਂ 1 ਘੰਟਾ ਸਿਮਰਨ ਕਰ ਸਕਦੇ ਹੋ ਅਤੇ ਕਹੋ ਕਿ ਮੈਂ 61 ਮਿੰਟ ਨਹੀਂ ਕਰ ਸਕਦਾ, ਕਹੋ ਕਰ ਸਕਦਾ। ਐਂ ਕਹਿਣਾ, ਆਪਣੇ ਆਪ ਨੂੰ ਪੋਜ਼ੀਟਿਵ 'ਚ ਲਿਆਉਣਾ ਹੈ।
ਪਤਾ ਨਹੀਂ 61 ਮਿੰਟ ਹੋਣਗੇ ਕਿ ਨਹੀਂ ਹੋਣਗੇ, ਫਿਰ ਨਹੀਂ ਗੱਲ ਬਣਦੀ। ਜੇ ਬੱਚੇ ਪਤਾ ਨਹੀਂ ਮੈਂ ਪਾਸ ਹੋਵਾਂਗਾ ਕਿ ਨਹੀਂ ਮੈਂ ਤੇ ਫਿਰ ਨਹੀਂ ਤੇਰੀ ਗੱਲ ਬਣਨੀ। ਤੂੰ ਐਂ ਕਿਉਂ ਕਰੇ, ਪਤਾ ਨਹੀਂ ਪਾਸ, ਤੂੰ ਕਹਿ ਹੋਵਾਂਗਾ ਪਾਸ, ਮੈਂ ਮਿਹਨਤ ਕਰਾਂ ਪਾਸ ਹੋਵਾਂਗਾ। ਜੇ 60 ਮਿੰਟ ਤੁਸੀਂ ਸਿਮਰਨ ਕਰ ਸਕੋ ਕਿ ਮੈਂ 61 ਮਿੰਟ ਨਹੀਂ ਕਰ ਸਕਦਾ, ਫਿਰ ਆਪੇ ਕਹੋ ਹਾਂ ਕਰ ਸਕਦਾ, ਕਰ ਫਿਰ ਕੱਲ੍ਹ ਨੂੰ 61 ਮਿੰਟ ਕਰ ਲੈ। ਫਿਰ ਕਹੋ ਕਿ ਮੈਂ 62 ਮਿੰਟ ਨਹੀਂ ਕਰ ਸਕਦਾ, ਫਿਰ ਕਹੋ ਕਰ ਸਕਦਾ, ਫਿਰ ਅਗਲੇ ਦੇ 62 ਮਿੰਟ ਕਰੋ। ਇੱਕ ਇੱਕ ਮਿੰਟ ਵੀ ਵਧਾਉਂਦੇ ਜਾਵੋਗੇ, ਮਹੀਨੇ 'ਚ ਕਿਤੇ ਦੇ ਕਿਤੇ ਅਸੀਂ ਪਹੁੰਚ ਜਾਵਾਂਗੇ। ਇਕੱਠਾ ਨਾ ਵਧਾਓ, 1 ਮਿੰਟ ਵਧਾਉਣ 'ਚ ਸਾਨੂੰ ਕੋਈ ਬਹੁਤਾ ਫੀਲ ਨਹੀਂ ਹੋਵੇਗਾ। ਚਾਹੇ 5 ਮਿੰਟਾਂ ਤੋਂ ਸ਼ੁਰੂ ਕਰ ਲਓ, ਕੋਈ ਗੱਲ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜਿਹੜੇ ਪੰਜਾਬੀ ਦੇ ਬੜੇ ਵੱਡੇ ਰਾਈਟਰ, ਐਕਚੁਅਲੀ ਉਹ ਸੰਤ ਸਨ, ਪਰ ਚਲੋ ਭਾਈ ਸਾਹਿਬ ਉਦੋਂ ਕਹਿੰਦੇ ਹੁੰਦੇ ਸਨ। ਕਲਕੱਤੇ ਉਹਨਾਂ ਦਾ ਦੀਵਾਨ ਸੀ। ਇੱਕ ਉੱਥੇ ਬੀਬੀ ਆ ਗਈ, ਕਹਿੰਦੇ ਮਹਾਂਪੁਰਖੋ ਮੇਰਾ ਚਿੱਤ ਬੜਾ ਉਦਾਸ ਰਹਿੰਦਾ ਹੈ। ਕਹਿੰਦੇ ਭਾਈ ਤੂੰ 5 ਮਿੰਟ ਰੋਜ਼ ਸਿਮਰਨ ਕਰਿਆ ਕਰ, ਕੋਈ ਤੇਰਾ ਮਨ ਸ਼ਾਂਤ ਹੋ ਜਾਏਗਾ। 5 ਮਿੰਟ ਕੋਈ ਔਖਾ ਨਹੀਂ ਹੈਗਾ। ਭਾਈ ਸਵੇਰੇ ਨਹਾ ਧੋ ਕੇ ਨਾ ਚੌਂਕੜੀ ਮਾਰ ਕੇ ਅੱਖਾਂ ਬੰਦ ਕਰ ਲੈਣੇ, 5 ਮਿੰਟ ਵਾਹਿਗੁਰੂ 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 ਕਰਨਾ। ਹੌਲੀ ਹੌਲੀ ਉਸ ਨੂੰ ਉਸ 'ਚੋਂ ਰਸ ਆਉਣ ਲੱਗ ਪਿਆ। ਉਹ 10 ਮਿੰਟ 15 ਮਿੰਟ 20 ਮਿੰਟ 40 50 ਘੰਟਾ 1.5 ਘੰਟੇ 'ਤੇ ਆ ਗਈ। ਸਾਲ ਬਾਅਦ ਜਦ ਮਹਾਂਪੁਰਖ ਗਏ, ਉਹ ਮਿਲੀ ਜੀ, ਕਹਿੰਦੇ ਵੀ ਮਹਾਂਪੁਰਖ ਤੁਹਾਡੀ ਬੜੀ ਕਿਰਪਾ, ਹੁਣ ਤਾਂ ਮੈਂ 1.5 ਘੰਟਾ ਰੋਜ਼ ਸਿਮਰਨ ਕਰਦੇ। ਕਹਿੰਦੇ ਭਾਈ ਬਹੁਤ ਅੱਛੀ ਗੱਲ ਹੈ, ਹੁਣ ਤੂੰ ਐਂ ਕਰ, ਅਸੀਂ ਹੁਣ ਤੇਰਾ ਇੱਧਰ ਰੁਚੀ ਪੈਦਾ ਹੋ ਗਈ ਹੈ, ਅਸੀਂ ਅੰਮ੍ਰਿਤ ਛਕਾਉਣਾ ਕੱਲ੍ਹ ਨੂੰ, ਤੂੰ ਅੰਮ੍ਰਿਤ ਛਕ ਲਿਆ, ਗੁਰੂ ਵਾਲੀ ਪੜ੍ਹ ਜਾ, ਫਿਰ ਤੇਰੇ ਭਾਗ ਲੱਗ ਜਾਣਗੇ। 5 ਮਿੰਟ ਤੋਂ ਸ਼ੁਰੂ ਕਰਾ ਕੇ ਆਪੇ ਹੀ 1.5 ਘੰਟੇ ਤੱਕ ਪਹੁੰਚ ਗਈ ਹੈ। ਹੌਲੀ 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 ਵਧਾਈ ਜਾਈਦਾ, ਨਾ ਇਕੱਠਾ ਵਧਾਓ। ਇਕੱਠਾ ਨਾ ਵਧਾਓ ਤਾਂ ਜੋ ਤੁਹਾਨੂੰ ਵਾਸੀਆਂ ਨਾ ਆਉਣ, ਨੀਂਦ ਨਾ ਆਵੇ। ਹੌਲੀ 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 ਉਹਨੂੰ ਵਧਾਉਂਦੇ ਜਾਓ ਵਧਾਉਂਦੇ ਜਾਓ। ਇਸ ਹਰ ਇੱਕ ਚੀਜ਼ ਇਸ ਤਰ੍ਹਾਂ ਕਰਨੀ, ਹਰ ਇੱਕ ਚੀਜ਼ ਇਸ ਤਰ੍ਹਾਂ ਕਰਨੀ। 2 ਘਟਨਾਵਾਂ ਜਿਹੜੀਆਂ ਨੇ ਉਹਨਾਂ ਨੇ ਮੇਰੀ ਜ਼ਿੰਦਗੀ 'ਤੇ ਬਹੁਤ ਪ੍ਰਭਾਵ ਪਾਇਆ ਅਤੇ ਮੈਂ ਉਹਨਾਂ ਨੂੰ ਸੁਣਾਉਂਦਾ ਰਹਿਣਾ। ਸਾਡਾ ਜਿਹੜਾ ਪ੍ਰਿੰਸੀਪਲ ਸੀ, ਉਹਦਾ ਲੜਕਾ ਪੜ੍ਹਦਾ ਸੀ 4ਥੀ 'ਚ ਦਿੱਲੀ ਇੰਗਲਿਸ਼ ਸਕੂਲ 'ਚ। ਮੈਂ ਤਾਂ ਦੇਸੀ ਸਕੂਲਾਂ 'ਚ ਪੜ੍ਹਿਆ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਜਿਹੜਾ ਅੰਗਰੇਜ਼ੀ ਸਕੂਲ 'ਚ ਪੜ੍ਹਦੇ ਇਹਨਾਂ ਦੀ ਇੰਗਲਿਸ਼ ਕਿੰਨੀ ਤਗੜੀ ਹੁੰਦੀ ਹੈ। ਉਹ ਛੁੱਟੀਆਂ ਹੋ ਗਈਆਂ, ਉਹਨਾਂ ਨੂੰ ਕਿਤੇ ਪਹਿਲਾਂ ਛੁੱਟੀਆਂ ਹੋ ਗਈਆਂ, ਸਾਨੂੰ ਅਜੇ ਬਾਅਦ 'ਚ ਹੋਣੀਆਂ ਸਨ। ਉਹ ਮੈਨੂੰ ਕਹਿੰਦਾ ਜੈਮਲ ਸਿੰਘ ਉਹਨਾਂ ਨੇ ਵੀ ਇੰਗਲਿਸ਼ ਦੀ ਟਿਊਸ਼ਨ ਪੜ੍ਹਾ ਦੇਗਾ, ਅੰਗਰੇਜ਼ੀ ਹਿਸਾਬ ਦੀ, ਵਿੱਚ ਧਿਆਨ ਲੱਗਾ ਰਹੇਗਾ, ਨਹੀਂ ਬੱਚਾ ਕਰੀਏ। ਮੈਂ ਦੇਖਿਆ ਵੀ ਇਹ ਤਾਂ ਉਹ ਕਿਤਾਬ ਹੈ ਜਿਹੜੀ ਮੈਂ 10ਵੀਂ 'ਚ ਪੜ੍ਹੀ ਹੈ ਇੰਗਲਿਸ਼ ਦੀ। ਚਲੋ ਮੈਂ ਉਹ ਤਾਜ਼ੀ ਪੜ੍ਹੀ ਸੀ, ਮੈਂ ਕੋਈ ਨਹੀਂ, ਮੈਂ ਦੇਖਿਆ, ਮੈਂ ਕੋਈ ਨਹੀਂ, ਮੈਂ ਪੜ੍ਹਾ ਦਾਂਗਾ ਜੀ। ਚਲੋ ਉਹਦੇ 'ਚ ਇੱਕ ਲੈਸਨ ਸੀ ਬਈ ਇੱਕ ਬੰਦੇ ਨੇ ਆਪਣੇ ਮੁੰਡੇ ਨੂੰ ਦਿੱਲੀ ਖੇਡਾਂ ਵਾਲੇ ਸਕੂਲ 'ਚ ਦਾਖਲਾ ਦਿਲਾਉਣਾ ਸੀ, ਜਿੱਥੇ ਖੇਡਾਂ ਹੁੰਦੀਆਂ। ਉਹਨੇ ਆਪਣੇ ਦੋਸਤ ਨੂੰ ਲਿਖਿਆ, ਉਹ ਕਹਿੰਦਾ ਵੀ ਇੱਥੇ ਇੱਕ ਸ਼ਰਤ ਹੈ, ਪਹਿਲੇ ਦਿਨ ਬੱਚੇ ਨੂੰ 14 ਫੁੱਟ ਦੀ ਉਚਾਈ ਤੋਂ ਛਾਲ ਮਾਰਨੀ ਪਵੇਗੀ। ਜੇ ਛਾਲ ਮਾਰ ਦੇਗਾ ਇਹਨੂੰ ਸਕੂਲ ਦਾਖਲ ਕਰ ਲੈਣੀ, ਤੇ ਨਹੀਂ ਕਰਦੇ। ਕਹਿੰਦਾ ਵੀ ਇਹ ਤਾਂ ਬੜਾ ਔਖਾ, ਉਹ ਤਾਂ ਮੇਰੇ ਤੋਂ ਨਹੀਂ ਵੱਜਣੀ। ਕਹਿੰਦਾ ਤੂੰ ਨਾ 15 ਦਿਨ ਪਹਿਲਾਂ ਆਪਣਾ ਮੁੰਡਾ ਮੇਰੇ ਕੋਲ ਛੱਡ ਜਾ, ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਉਹ ਮੁੰਡੇ ਨੇ ਛੱਡਿਆ ਉੱਥੇ ਜੀ। ਉਹ ਕੁਦਰਤੀ ਉਦੋਂ ਵਿਹੜੇ 'ਚ ਉਹਨੇ ਜਿਹੜਾ ਹੈ ਮਿੱਟੀ ਵਿਛਾ ਲਈ, ਇੱਕ ਪੌੜੀ ਕੰਧ ਨਾਲ ਲਾ ਲਈ 14 ਡੰਡੇ ਵਾਲੀ, 14 ਡੰਡੇ ਪੌੜੀ ਲਾਤੀ। ਪਹਿਲੇ ਦਿਨ ਮੁੰਡੇ ਨੇ ਕਹਿੰਦਾ ਲੈ ਵੀ ਪਹਿਲੇ ਡੰਡੇ ਤੋਂ ਛਾਲ ਮਾਰ, 5-7 ਛਾਲਾਂ ਮਰਵਾਤੀਆਂ, ਠੀਕ ਹੈ। ਅਗਲੇ ਦਿਨ ਦੂਜੇ ਡੰਡੇ ਤੋਂ ਮਰਵਾਤੀਆਂ, ਅਗਲੇ ਦਿਨ ਤੀਜੇ ਡੰਡੇ ਤੋਂ, ਹੌਲੀ ਹੌਲੀ ਵਧਾਈ ਗਿਆ ਚੌਥੇ ਤੋਂ। 14ਵੇਂ ਦਿਨ ਬੱਚੇ ਨੇ 14ਵੇਂ ਡੰਡੇ ਤੋਂ ਛਾਲ ਮਾਰਤੀ। ਕਹਿੰਦੇ ਕਾਕਾ ਬਸ ਕੱਲ੍ਹ ਨੂੰ ਆਹੀ ਤੇਰੇ ਤੋਂ ਛਾਲ ਮਰਵਾਣੀ, ਮਾਰ ਲੈਂਗਾ? ਕਹਿੰਦਾ ਮਾਰ ਲਾਂਗਾ ਜੀ। ਉਹ ਜਾਂਦੇ ਉਹਨੇ ਛਾਲ ਮਾਰਤੀ। ਨਹੀਂ ਤਾਂ ਆਪਣੇ ਵਰਗਾ ਵੀ ਡਰ ਜੇ ਉਚਾਈ 'ਤੇ ਖੜ੍ਹਾ ਹੋਇਆ, ਮਰਨਾ, ਲੱਤਾਂ ਬਾਹਾਂ ਚੜਾਉਣੀ ਹੇਠਾਂ ਡਿੱਗ ਕੇ। ਹਾਂਜੀ, ਉਹ ਇੱਕ ਫੁੱਟ ਵਧਾਈ ਗਿਆ, ਉਹਦੇ ਨਾਲ ਬੱਚੇ ਦਾ ਹੌਸਲਾ ਰਿਹਾ, ਉਹ ਛਾਪ ਮਾਰੀ ਗਿਆ। ਮੈਂ ਕਿਹਾ ਵੀ ਹਾਂ, ਜਿਹੜਾ ਵੀ ਕੰਮ ਵਧਾਉਣਾ ਉਹਨੂੰ ਥੋੜ੍ਹਾ ਕਰਕੇ ਵਧਾਈ ਜਾਓ, ਬਜਾਏ ਇੱਕਦਮ ਵਧਾਉਣ ਨਾਲੋਂ ਥੋੜ੍ਹਾ ਕਰ। ਮੰਨ ਲਓ ਪਹਿਲਾਂ ਅੱਧਾ ਘੰਟਾ ਸਿਮਰਨ ਕੀਤਾ, ਇੱਕ ਮਹੀਨਾ ਅੱਧਾ ਘੰਟਾ ਕਰਦੇ ਰਹੋ, ਫਿਰ ਅਗਲੇ ਮਹੀਨੇ 35 ਮਿੰਟ ਕਰ ਲਓ, ਇੱਕ ਮਹੀਨਾ ਫਿਰ 35 ਮਿੰਟ ਕਰ, ਫਿਰ ਅਗਲੇ ਮਹੀਨੇ 40 ਮਿੰਟ ਕਰ ਲਓ। ਐਂ ਕਰਦੇ ਸਾਲ 'ਚ ਕਿਤੇ ਦਾ ਕਿਤੇ ਬੰਦਾ ਪਹੁੰਚ ਜਾਏਗਾ।
ਦੂਜੀ ਘਟਨਾ ਜਿਹੜੀ ਕਿਲ੍ਹਾ ਰਾਏਪੁਰ ਲੁਧਿਆਣੇ ਦੇ ਵਿੱਚ, ਉੱਥੇ ਬੜੀਆਂ ਖੇਡਾਂ, ਪੇਂਡੂ ਖੇਡਾਂ ਹੁੰਦੀਆਂ, ਉਹ ਬੜੀਆਂ ਪ੍ਰਸਿੱਧ ਨੇ ਵਰਲਡ ਦੇ ਵਿੱਚ। ਅਖੀਰਲੇ ਦਿਨ ਕੀ ਹੋਇਆ, ਇੱਕ ਬੰਦੇ ਨੇ ਮੱਝ ਚੱਕਤੀ ਮੋਢੇ 'ਤੇ, ਉਹ ਤਾੜੀਆਂ ਵੱਜੀਆਂ ਵੀ ਐਡੀ ਵੱਡੀ ਮੱਝ ਬੰਦੇ ਨੇ ਮੋਢੇ 'ਤੇ ਚੱਕਤੀ ਹੈ। ਉਹਦੀ ਫਿਰ ਸਪੀਕਰ 'ਚ ਇੰਟਰਵਿਊ ਹੋਈ, ਅਖਬਾਰਾਂ ਵਾਲੇ ਵੀ ਉੱਥੇ ਹੁੰਦੇ ਨੇ, ਵੀ ਤੂੰ ਕਿਵੇਂ ਇੰਨੀ ਭਾਰੀ ਮੱਝ ਚੱਕਤੀ? ਉਹ ਕਹਿੰਦੇ 3 ਸਾਲ ਪਹਿਲਾਂ ਇਹਦੀ ਮਾਂ ਸੂਈ ਸੀ, ਇਹ ਉਦੋਂ ਕੱਟੀ ਸੀ, ਮੈਂ ਇਹਨੂੰ ਪਹਿਲੇ ਦਿਨ ਚੱਕਿਆ, ਦੂਜੇ ਦਿਨ ਚੱਕਿਆ, ਤੀਜੇ ਦਿਨ ਚੱਕਿਆ, ਮੈਨੂੰ 3 ਸਾਲ ਹੋ ਗਏ ਇਹਨੂੰ ਚੱਕਦਿਆਂ, ਮੇਰਾ ਵੀ ਅਭਿਆਸ ਹੋ ਗਿਆ, ਇਹ ਕਿਲੋ ਵੱਧਦੀ ਗਈ, ਹਾਂਜੀ ਇਹ ਕਿਲੋ ਵੱਧਦੀ ਗਈ, ਮੇਰਾ ਵੀ ਅਭਿਆਸ ਹੋ ਗਿਆ। ਫਿਰ ਇਹਨੂੰ ਪਤਾ ਲੱਗ ਗਿਆ ਮੇਰਾ ਮਾਲਕ ਮੈਨੂੰ ਚੱਕੇਗਾ, ਇਹ ਐਕਟਿਵ ਹੋ ਗਈ। ਜਦੋਂ ਪਸ਼ੂ ਐਕਟਿਵ ਹੋਵੇ ਆਪਾਂ ਨੂੰ ਹੌਲਾ ਲੱਗਦਾ। ਦੇਖੋ ਤੁਸੀਂ ਆਪਣੇ ਬੱਚੇ ਦਾ ਭਾਰ ਤੋਲ ਲਓ ਤੱਕੜੀ 'ਚ, ਜਦੋਂ ਜਾਗਦਾ 20 ਕਿਲੋ ਫਰਜ਼ ਕਰੋ, ਜਦੋਂ ਸੁੱਤਾ ਹੈ ਤਾਂ ਵੀ 20 ਕਿਲੋ ਹੀ ਹੋਏਗਾ, ਸੁੱਤੇ ਭਾਰ ਤਾਂ ਨਹੀਂ ਵੱਜਣਾ, ਪਰ ਤੁਸੀਂ ਸੁੱਤੇ ਬੱਚੇ ਨੂੰ ਚੱਕੋ ਤੁਹਾਨੂੰ ਭਾਰਾ ਲੱਗੇਗਾ, ਸੁੱਤੇ ਬੱਚੇ ਨੂੰ ਤੁਸੀਂ ਚੱਕੋ ਤੁਹਾਨੂੰ ਭਾਰਾ ਲੱਗੇਗਾ। ਉਹ ਜਾਗ ਰਿਹਾ, ਜਦ ਤੁਸੀਂ ਉਹਦੇ ਹੱਥ ਕਰਦੇ ਹੋ ਚੱਕਣ ਨੂੰ, ਉਹ ਆਪ ਹੀ ਐਕਟਿਵ ਹੋ ਗਿਆ, ਉਹਨੂੰ ਚੱਕਣਾ ਸੌਖਾ ਹੁੰਦਾ। ਕਦੇ ਇਸ ਤਰ੍ਹਾਂ ਮੈਂ ਮੱਝ ਨੂੰ ਰੋਜ਼ ਚੱਕਦਾ ਰਿਹਾ, ਰੋਜ਼ ਇਹ ਵੱਡੀ ਥੋੜ੍ਹਾ ਜਿਹਾ ਹੁੰਦੀ ਗਈ, ਭਾਰ ਵੱਧੇਗਾ, ਮੇਰਾ ਵੀ ਅਭਿਆਸ ਹੋ ਗਿਆ ਅਤੇ ਅੱਜ ਮੈਂ ਇਸ 3 ਸਾਲ ਦੀ ਮੱਝ ਨੂੰ ਮੋਢੇ 'ਤੇ ਚੱਕਦਾ। 2 ਗੱਲਾਂ ਨੇ ਮੇਰੇ 'ਤੇ ਬਹੁਤ ਪ੍ਰਭਾਵ ਪਾਇਆ ਵੀ ਦੇਖੋ ਹੌਲੀ ਹੌਲੀ ਵਧਾਉਂਦੇ ਜਾਓ, ਕੋਈ ਵੀ ਤੁਸੀਂ ਕੰਮ ਕਰਨਾ ਉਹਨੂੰ ਹੌਲੀ ਹੌਲੀ ਵਧਾਉਂਦੇ ਕਿਤੇ ਦੇ ਕਿਤੇ ਅਸੀਂ ਲਿਜਾ ਸਕਦੇ ਹਾਂ। ਇਸ ਲਈ ਜਿੰਨਾ ਵੀ ਸਮਾਂ ਮਿਲੇ ਪਹਿਲਾਂ ਉਸ 'ਚ ਭਜਨ ਬੰਦਗੀ ਕਰਦੇ ਰਹੋ, ਪਰਮਾਤਮਾ ਆਪੇ ਫਿਰ ਵੇਲ ਦੇਵੇਗਾ। ਪਹਿਲਾਂ ਜਿੰਨਾ ਵਿਹਲਾ ਸਮੇਂ ਉਹ ਉਸ 'ਚ ਭਜਨ ਬੰਦਗੀ ਕਰਦੇ ਰਹੋ, ਉਹਨੂੰ ਜਿਹੜਾ ਉਹਦਾ ਫਾਇਦਾ ਉਠਾਓ। ਤਾਂ ਆ ਰਿਹਾ ਸੀ, ਮੈਂ ਸੁਖੀ ਹੂੰ ਸੁਖ ਪਾਇਆ, ਮੈਂ ਸੁੱਖਾਂ 'ਚੋਂ ਸ੍ਰੇਸ਼ਟ ਸੁੱਖ ਪਾ ਲਿਆ ਹੈ। ਗੁਰ ਅੰਤਰ ਸ਼ਬਦ ਵਸਾਇਕ, ਗੁਰੂ ਨੇ ਮੇਰੇ ਅੰਦਰ ਨਾਮ ਵਸਾ ਦਿੱਤਾ ਹੈ। ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਓ। ਇੱਥੇ ਮਸਤਕ ਤੋਂ ਤਾਂ ਮੱਥਾ ਹੁੰਦਾ, ਪਰ ਆਪਾਂ ਹੱਥ ਸਿਰ 'ਤੇ ਹੀ ਰੱਖਦੇ ਹਾਂ। ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੱਤੇ। ਕਿਉਂ ਕਰਾਏ? ਕਿਉਂਕਿ ਮੇਰੇ ਅੰਦਰ ਨਾਮ ਵਸ ਗਿਆ, ਹਰ ਵਕਤ ਨਾਮ ਜਪਦਾ ਰਹਿੰਦਾ ਸੀ। ਕਹਿੰਦਾ ਪਰਮਾਤਮਾ ਨੇ, ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਨੇ ਦਰਸ਼ਨ ਕਰਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਸਾਰੀ ਸੰਗਤ ਨੂੰ ਬੇਨਤੀ ਹੈ, ਜਿਹੜੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠੇ ਹੋ ਸੁਣ ਰਹੇ ਹੋ, 1 ਅਪ੍ਰੈਲ ਪਰਸੋਂ, ਅੱਜ 30 ਤਰੀਕ ਹੈ, ਕੱਲ੍ਹ ਨੂੰ 31, ਪਰਸੋਂ 1 ਹੈ, 1 ਅਪ੍ਰੈਲ ਤੋਂ ਸੰਥਿਆ ਸ਼ੁਰੂ ਹੋਵੇਗੀ। ਜਿਨ੍ਹਾਂ ਨੇ ਪਾਠ ਸਿੱਖਣਾ ਹੋਵੇ ਉਹ ਜਿਹੜਾ 1 ਅਪ੍ਰੈਲ ਨੂੰ ਸ਼ਾਮੀ 6 ਵਜੇ ਆ ਜਾਣ। 6 ਵਜੇ ਤੋਂ ਲੈ ਕੇ 7 ਵਜੇ ਤੱਕ ਸੰਥਿਆ ਹੋਇਆ ਕਰਨੀ ਹੈ। ਇਹ 5.5 ਮਹੀਨੇ ਦਾ ਵੱਧ ਤੋਂ ਵੱਧ ਕੋਰਸ ਹੁੰਦਾ। 5 ਮਹੀਨੇ 'ਚ ਮੁੱਕ ਸਕਦਾ, ਨਹੀਂ ਤਾਂ 5.5 ਮਹੀਨੇ ਸਾਰੇ ਗੁਰੂ ਗ੍ਰੰਥ ਦਾ ਪਾਠ ਸਿੱਖਿਆ ਜਾ ਸਕਦਾ ਹੈ। ਇਹ ਤਾਂ ਫਿਰ ਕਿਉਂਕਿ 6 ਵਜੇ ਤੋਂ ਲੈ ਕੇ 7 ਵਜੇ ਤੱਕ ਸੰਥਿਆ ਹੋਣੀ ਹੈ। ਇਸ ਲਈ ਜਿਹੜੀ ਕਥਾ ਹੈ 1 ਅਪ੍ਰੈਲ ਤੋਂ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਹੋਇਆ ਕਰੇਗੀ। ਫਿਰ 4 ਅਪ੍ਰੈਲ ਦਾ ਐਤਵਾਰ ਹੈ। 2 ਅਪ੍ਰੈਲ ਨੂੰ ਫਿਰ ਅਖੰਡ ਪਾਠ ਸਾਹਿਬ ਸ਼ੁਰੂ ਹੋ ਜਾਣੇ ਹਨ। ਜਿਹੜੇ 7 ਅਖੰਡ ਪਾਠ ਸ਼ੁਰੂ ਹੁੰਦੇ ਨੇ, ਸਾਰੇ ਪਾਠੀ ਧਿਆਨ ਰੱਖਣ। 2 ਅਪ੍ਰੈਲ ਨੂੰ ਸਵੇਰੇ ਜਿਵੇਂ 8 ਵਜੇ ਪਹਿਲਾਂ ਅਖੰਡ ਪਾਠ ਸ਼ੁਰੂ, ਉਸੇ ਤਰ੍ਹਾਂ 7 ਅਖੰਡ ਪਾਠ ਸ਼ੁਰੂ ਹੋ ਜਾਣੇ। ਪਾਠੀ ਆਪਣੀ ਡਿਊਟੀ ਯਾਦ ਰੱਖਣ। 4 ਅਪ੍ਰੈਲ ਨੂੰ ਐਤਵਾਰ ਨੂੰ ਪਹਿਲਾਂ ਇੱਥੇ ਭੋਗ ਪੈ ਜਾਣਗੇ 8 ਵਜੇ ਤੱਕ। ਫਿਰ 10 ਵਜੇ ਤੋਂ ਲੈ ਕੇ 11 ਵਜੇ ਤੱਕ 1 ਘੰਟਾ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਕਥਾ ਕੀਰਤਨ ਹੋਏਗੀ। 1 ਘੰਟਾ, ਅੱਧਾ ਘੰਟਾ ਕੀਰਤਨ, ਅੱਧਾ ਘੰਟਾ ਕਥਾ, 11 ਵਜੇ ਅਰਦਾਸ, ਫਿਰ ਗੁਰੂ ਕਾ ਲੰਗਰ ਹੋਏਗਾ। ਆਪ ਸਾਰਿਆਂ ਨੇ ਇਸ ਗੱਲ ਨੂੰ ਯਾਦ ਰੱਖਣਾ ਅਤੇ ਆਪਣੇ ਜਿਹੜੇ ਆਂਢੀ ਗੁਆਂਢੀ ਸਤਸੰਗੀ ਆਉਂਦੇ ਨੇ ਉਹਨਾਂ ਨੂੰ ਵੀ ਦੱਸ ਦੇਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।